श्री वाहिगुरु साहिब जी। मारू कबीर जियो दीन बिसारियो रे दीवाने, दीन बिसारियो रे पेट भरियो पशुआ ज्यों सोयो। मनुख जन्म है हारियो, दीन बिसारियो रे दीवाने। वाहिगुरु जी का खालसा वाहिगुरु जी की फतेह। कोट ब्रह्मंडां दे मालक जुग जुग अटल शब्दा अवतार दसां पातशाहियां दी आत्मक जोत। धन धन सतगुरु श्री गुरु ग्रंथ साहिब सच्चे पातशाह जी महाराज जी दे पवित्र पावन हजूरी दे विच जुड़ मिल बैठी गुरु रूप गुरु खालसा साध संगत जीओ। आओ बड़े प्यार हर सत्कार दे नाल अमृत बाणी हर हर तेरी सुन सुन होवे परम गत मेरी। जलन बुझी शीतल होए मनुआ सतगुर का दर्शन पाए जियो। सतगुरां दी पुत्र अमृत बाणी दी कथा विचार व्याख्या सो सरवण करके लाह प्राप्त करो जी। एक बार उच्चारण करो सतनाम श्री वाहिगुरु जी। सतनाम श्री वाहिगुरु साहिब जी। मारू कबीर जियो। इस तो पिछले शब्द विच भगत नामदेव जी ने मुकत पुरखां दी गल कीती है। जो पहला शब्द सीगा कि उन्हां पास सारियां रिद्धियां सिद्धियां आके प्राप्त होईयां ने, उवें दे प्रकरण अनुसार इस शब्द विच भगत कबीर साहब जी धर्म अते नाम नूं भुलाउण वाले पुरखां दी हालत कथन करते हैं। कबीर साहब जी की बाणी वाला चैप्टर श्री गुरु अर्जन देव जी ने वैसे क्लोज कर दिता है मारू राग विच। ये भगत नामदेव जी की बाणी वाले चैप्टर च कबीर जी का शब्द आ रहा है। जिमें सरलेख विच पहला ही दसिया सी, कबीर का शब्द राग मारू बाणी नामदेव जी की। ये तां रहा है क्योंकि वो नामदेव जी के पावन शब्द के प्रकरण के मुताबिक ही कबीर जी का ये शब्द है मुक्ति वाले प्रकरण दे विच। सो आओ प्यार नाल सुनो जी। मारू राग विच भगत कबीर साहब जी उचार रहे हन। दीन बिसारियो रे दीवाने। हे कमले मनुख तू धर्म विसार दिता है। हे झल्ले मनुख तू धर्म विसार दिता है। इस प्रकार दीन बिसारियो रे दीवाने। धर्म रूप हरि नूं तू मन करके भी भुला दिता कमलिया। ओ झल्लिया धर्म रूप हरि नूं तू शरीर करके भी भुला दिता है। दीन बिसारियो रे। हे भले पुरुषा तू बाणी करके भी हरि परमात्मा नूं जो धर्म का मुजस्मा है, जिस तो धर्म पैदा हुंदा है उसनूं भुला दिता है। पेट भरियो पशुआ ज्यों सोयो। तू डंगरा पशुआं वांग अपना ढिड भर के सुता रहिंदा है। रात घड़ी आराम करना ही करना,
ਦਿਨੇ ਵੀ ਸੁੱਤਾ ਰਹਿੰਦਾ ਹੈ। ਮਨੁੱਖ ਜਨਮ ਹੈ ਹਾਰਿਓ। ਆਪ ਦਾ ਮਨੁੱਖਾ ਜਨਮ ਰੂਪ ਦੁਰਲਭ ਵਸਤੂ ਨੂੰ ਤੂੰ ਹਾਰੀ ਜਾ ਰਿਹਾ ਹੈ। ਪ੍ਰਸ਼ਾਦਾ ਛਕਣ ਤੋਂ ਪਹਿਲਾਂ ਮੂਲ ਮੰਤਰ ਦਾ ਪਾਠ ਕਰਨਾ ਜ਼ਰੂਰੀ ਹੁੰਦਾ। ਵਾਹਿਗੁਰੂ ਕਹਿ ਕੇ ਸਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹਮੇਵ। ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ। ਇਹ ਸਲੋਕ ਪੜ੍ਹਨਾ ਲਾਜ਼ਮੀ ਹੈ। ਨਾਨਕ ਪਸਰੀਆਂ ਬਕਾਈਆਂ ਪਾਈਆਂ ਥਾਲੇ ਮਾਹੇ। ਜਿਨੀ ਗੁਰੂ ਮਨਾਇਆ ਰਜ ਰਜ ਸੇਈ ਖਾਹੇ। ਛਕਣ ਤੋਂ ਉਪਰੰਤ ਸਲੋਕ ਮਹੱਲਾ ਪੰਜਵਾ। ਜਾਚਕ ਮੰਗੈ ਦਾਨ ਦੇਹ ਪਿਆਰਿਆ। ਦੇਵਨਹਾਰ ਦਾਤਾਰ ਮੈਂ ਨਿਤ ਜਿਤਾਰਿਆ। ਨਿਖੁੱਟ ਨਾ ਜਾਈ ਮੂਲ ਅਤੁਲ ਭੰਡਾਰਿਆ। ਨਾਨਕ ਸ਼ਬਦ ਅਪਾਰ ਤਿਨ ਸਭ ਕੇ ਸਾਰਿਆ। ਜਿਸ ਦਾ ਦਿੱਤਾ ਖਾਵਣ ਤਿਸ ਕਹੀਏ ਸਾਬਾਸ। ਨਾਨਕ ਹੁਕਮ ਨਾ ਚੱਲਈ ਨਾਲ ਖਸਮ ਜਲੇ ਅਰਦਾਸ। ਇਹ ਪਾਵਨ ਬਾਣੀ ਦੇ ਸ਼ਬਦ ਪੜ੍ਹ ਕੇ ਅਰਦਾਸ ਕਰਨੀ, ਪ੍ਰਭੂ ਦਾ ਨਾਮ ਲੈਣਾ ਜ਼ਰੂਰੀ ਹੁੰਦਾ। ਪਰ ਤੂੰ ਪੇਟ ਭਰ ਕੇ ਆਹਾ ਹਾ ਹਾ ਕਰਕੇ ਬੜਾ ਵਧੀਆ ਬੜਾ ਸਵਾਦ ਬਣਿਆ ਜੀ, ਬਸ ਉੱਥੇ ਕੰਮ ਖਤਮ ਕਰ ਦਿੱਤਾ। ਕੋਈ ਜਪਜੀ ਸਾਹਿਬ ਦਾ ਪਾਠ ਨਹੀਂ, ਕੋਈ ਚੌਪਈ ਸਾਹਿਬ ਦਾ ਪਾਠ ਨਹੀਂ। ਇਸ ਕਰਕੇ ਪਸ਼ੂ ਬਿਰਤੀ ਬਣ ਗਈ। ਕਰਤੂਤ ਪਸ਼ੂ ਕੀ ਮਾਨਸ ਜਾਤ। ਤ੍ਰਿਗ ਤ੍ਰਿਗ ਖਾਇਆ ਤ੍ਰਿਗ ਤ੍ਰਿਗ ਸੋਇਆ। ਤ੍ਰਿਗ ਤ੍ਰਿਗ ਕਾਪੜੀ ਅੰਗ ਚੜਾਇਆ। ਤ੍ਰਿਗ ਸਰੀਰ ਸਹਿਤ ਕੁਟੰਬ ਸਿਉ। ਜਿਤ ਹੁਣ ਖਸਮ ਨਾ ਬਾਇਆ। ਪੌੜੀ ਛੁੜਕੀ ਹਾਥ ਨਾ ਆਵੈ ਅਹਿਲਾ ਜਨਮ ਗਵਾਇਆ। ਸੋ ਉਸ ਖਾਣੇ ਨੂੰ ਕਹਿੰਦੇ ਤ੍ਰਿਗਾਕਾਰ ਹੈ। ਜਿਸ ਖਾਣੇ ਨੂੰ ਖਾ ਕੇ ਵਾਹਿਗੁਰੂ ਦਾ ਨਾਮ ਚੇਤੇ ਨਹੀਂ ਕੀਤਾ। ਕਿਉਂਕਿ ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ, ਲੂਣ। ਪੰਜਵਾਂ ਪਾਇਆ ਘਿਰਤ ਤਾਂ ਹੋਆ ਪਾਕ ਪਵਿੱਤ। ਪਾਪੀ ਸਿਉ ਤਨ ਗੱਡਿਆ। ਥੁੱਕਾਂ ਪਈਆਂ ਤਿਤ। ਥੁੱਕਾਂ ਪਈਆਂ ਤਿਤ। ਜਿਤ ਮੁਖ ਨਾਮ ਨ ਉਚਰੈ ਹੈ। ਬਿਨ ਨਾਮੈ ਰਸ ਖਾਹੇ। ਨਾਨਕੀ ਵੈ ਜਾਣੀਐ ਤਿਤ ਮੁਖ ਥੁੱਕਾਂ ਬਾਹੇ। ਇੰਝ ਮਹਾਰਾਜ ਫਰਮਾਉਂਦੇ ਹਨ। ਪੇਟ ਭਰਿਓ ਪਸੂਆ ਜਿਉ ਸੋਇਓ। ਹੇ ਭਲੇ ਪੁਰਸ਼ਾ, ਤੂੰ ਪਸ਼ੂ ਵਾਂਗ ਆਪ ਦਾ ਪੇਟ ਭਰ ਕੇ ਸੁੱਤਾ ਰਹਿੰਦਾ ਹੈ। ਮਨੁੱਖ ਜਨਮ ਹੈ ਹਾਰਿਓ। ਸੁੱਤਾ ਦਾ ਮਤਲਬ ਇਹ ਨਹੀਂ ਵੀ ਸੌਣਾ ਹੀ ਨਹੀਂ ਜਾਂ ਆਰਾਮ ਹੀ ਨਹੀਂ ਕਰਨਾ। ਸੌਣ ਵਾਲੇ ਨੂੰ ਪਸ਼ੂ ਨਹੀਂ ਆਖਿਆ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਆਹ ਵੇਲੇ ਸੌਣਾ ਪਸ਼ੂਆਂ ਦਾ ਕੰਮ ਹੈ। ਬਲਕਿ ਸਗੋਂ ਪਸ਼ੂਆਂ ਨੂੰ ਭਲਾ ਕਿਉਂ ਨਿੰਦੀਏ। ਉਹ ਤਾਂ ਅੰਮ੍ਰਿਤ ਵੇਲੇ 3 ਵਜੇ ਦੀ ਉੱਠੇ ਹੋਏ ਨੇ। ਆਪਦੇ ਪੱਠੇ ਦੱਥੇ ਵਲੇਟ ਕੇ ਤੇ 20-20, 25-25 ਕਿਲੋ ਦੁੱਧ ਦੇ ਕੇ ਤੇ ਆਰਾਮ ਦੇ ਨਾਲ ਹੁਣ ਬੈਠੇ ਮੌਜਾਂ ਮਾਣਦੇ ਨੇ। ਤੇ ਸ਼ਾਮਾਂ 5-6 ਵਜੇ ਹਨੇਰੇ ਪਏ ਤੋਂ ਕੁਝ ਖਾਂਦੇ ਨਹੀਂ। ਆਪਦੇ ਆਰਾਮ ਦੇ ਵਿੱਚ ਬੈਠ ਜਾਂਦੇ। ਉਹ ਤਾਂ ਸਗੋਂ ਰੱਬ ਦੀ ਯਾਦ ਵਿੱਚ ਨੇ। ਫਰੀਦਾ ਹਉ ਬਲਿਹਾਰੀ ਤਿੰਨ ਪੰਖੀਆਂ। ਜੰਗਲ ਜਿੰਨਾ ਵਾਸ
ਕੱਕਰ ਚੁਗਣ ਥਲ ਵਸਨ ਰੱਬ ਨਾ ਛੋੜਨ ਪਾਸ। ਉਹਨਾਂ ਪੰਛੀਆਂ ਤੋਂ ਵੀ ਬਲਿਹਾਰ ਜਾਈਏ ਜੋ ਕੰਕਰਾਂ ਨੂੰ ਚੁਗਦੇ ਹੋਏ ਤੇ ਵਾਹਿਗੁਰੂ ਨੂੰ, ਉਹਦੇ ਨਾਮ ਨੂੰ, ਉਹਦੀ ਯਾਦ ਨੂੰ ਛੱਡਦੇ ਨਹੀਂ। ਇੱਕ ਮਨੁੱਖ ਹੀ ਐਸਾ ਹੈ ਜੋ ਅੰਨ ਦਾਣਾ ਖਾ ਪੀ ਕੇ 36 ਪਦਾਰਥ, 36 ਪ੍ਰਕਾਰ ਦੇ ਪਦਾਰਥ ਡਕਾਰ ਕੇ ਤੇ ਪ੍ਰਮਾਤਮਾ ਨੂੰ ਭੁੱਲੀ ਬੈਠਾ ਹੈ। ਨਿਤਨੇਮ ਨਹੀਂ ਕਰਦਾ, ਸਿਮਰਨ ਭਜਨ ਨਹੀਂ ਕਰਦਾ, ਅੰਮ੍ਰਿਤ ਵੇਲੇ ਨਹੀਂ ਉੱਠਦਾ। ਪਸ਼ੂ ਮਿਲੇ ਚੰਗਿਆਈਆਂ, ਖੜ ਖਾਵੇ ਅੰਮ੍ਰਿਤ ਦੇਹ। ਨਾਮ ਵਿਹੂਣੇ ਆਦਮੀ, ਤ੍ਰਿਗ ਜੀਵਨ ਕਰਮ ਕਰੇ। ਨਾਮ ਤੋਂ ਵਿਹੂਣਾ ਆਦਮੀ, ਉਹਦੇ ਕਰਮਾਂ ਨੂੰ ਤ੍ਰਿਗਾਕਾਰ ਹੈ। ਨਾਮ ਬਿਨਾ ਜੋ ਪਹਿਰੇ ਖਾਏ, ਜਿਉਂ ਕੁਕਰ ਜੂਠਣ ਮੈਂ ਪਾਏ। ਨਾਮ ਬਿਨਾ ਜੀਤਾ ਵਿਵਹਾਰ, ਜਿਉਂ ਮ੍ਰਿਤਕ ਮਿਥਿਆ ਸੀਗਾਰ। ਨਾਮ ਵਿਸਾਰ ਕਰੇ ਰਸ ਭੋਗ, ਸੁਖ ਸੁਪਨੇ ਨਹੀਂ ਤਨ ਮੈਂ ਰੋਗ। ਇਸ ਲਈ ਮਨੁੱਖ ਜਨਮ ਹੈ ਹਾਰਿਓ। ਆਪ ਦਾ ਮਨੁੱਖਾ ਜਨਮ ਰੂਪ ਦੁਰਲਭ ਵਸਤੂ ਨੂੰ ਹੀਰਾ ਲਾਲ ਅਮੋਲ ਜਨਮ ਹੈ। ਕਬੱਡੀ ਬਦਲੇ ਹਾਰਿਓ ਰੇ, ਖਾਣ ਪੀਣ ਬਦਲੇ, ਵਿਸ਼ਾ ਮਕਾਰਾਂ ਬਦਲੇ ਹਾਰੀ ਜਾ ਰਿਹਾ ਹੈ। ਵਿਸ਼ਰਾਮ ਦੇ ਕੇ ਅੱਗੇ ਫੁਰਮਾਨ ਕਰਦੇ ਹਨ। ਸਾਧ ਸੰਗਤ ਕਬਹੂ ਨਹੀਂ ਕੀਨੀ। ਤੂੰ ਸ੍ਰੇਸ਼ਟ ਮਹਾਤਮਾ ਜਨਾਂ ਦੀ ਸੰਗਤ ਕਦੀ ਵੀ ਨਹੀਂ ਕੀਤੀ। ਰਚਿਓ ਤੰਦਾ ਝੂਠ, ਝੂਠੇ ਕੰਮਾਂ ਕਾਰਾਂ ਵਿੱਚ ਹੀ ਰਚਿਆ ਰਹਿੰਦਾ ਹੈ। ਸਵਾਨ ਸੂਕਰ ਬਾਇਸ ਜੀਵੈ, ਕੁੱਤੇ ਸੂਰ ਕਾਂ ਵਾਂਗ ਭਟਕਤ ਚਾਲਿਓ ਊਠ। ਭਟਕਦਾ ਹੋਇਆ ਹੀ ਸੰਸਾਰ ਤੋਂ ਉੱਠ ਕੇ ਪਰਲੋਕ ਨੂੰ ਚਲਿਆ ਜਾਵੇਗਾ। ਇਸੇ ਪ੍ਰਕਾਰ ਸਵਾਨ ਸੂਕਰ ਬਾਇਸ ਜੀਵੈ। ਜਿਵੇਂ ਕੁੱਤਾ ਭਾਂਡਿਆਂ ਨੂੰ ਜੂਠਾ ਕਰਦਾ ਹੈ ਤੇ ਕਰੰਗਾਂ ਨੂੰ ਮੂੰਹ ਵਿੱਚ ਪਾਉਂਦਾ ਹੈ, ਇਉਂ ਜੀਵ ਪਵਿੱਤਰ ਪੁਰਖਾਂ ਨੂੰ ਝੂਠੇ ਕਰਨ ਰੂਪ ਭਾਂਡੇ ਝੂਠੇ ਕਰਦਾ ਹੈ। ਚੰਗੇ ਭਲਿਆਂ ਦਾ ਜੀਵਨ ਵਿਗਾੜ ਦਿੰਦਾ ਹੈ। ਬੰਦਾ ਨਹੀਂ ਮਾੜਾ ਹੁੰਦਾ, ਬੰਦੇ ਨੂੰ ਸੰਗਤ ਵਿਗਾੜ ਦਿੰਦੀ ਹੈ। ਇਸ ਲਈ ਆਪ ਦੀ ਸੰਗਤ ਕਦੀ ਵੀ ਆਪ ਤੋਂ ਹੇਠਲੀ ਨਾ ਕਰੋ, ਉੱਚੇ ਪੁਰਖਾਂ ਦੀ ਸੰਗਤ ਕਰੋ। ਬਹੀਆ ਪੜ੍ਹਿਆਂ ਪਾਸ, ਕਦੀ ਨਲਾਇਕ ਬੰਦਿਆਂ ਕੋਲੋਂ ਨਾ ਬੈਠੋ। ਮੈਨੂੰ ਮਾਫ਼ ਕਰਨਾ, ਕੋਈ ਇਹ ਹੰਕਾਰ ਵਾਲੀ ਗੱਲ ਨਹੀਂ, ਜਾਂ ਕੋਈ ਝੂਠੀ ਜਾਂ ਕੋਈ ਵੈਸੇ ਕਿਸੇ ਨੂੰ ਮਖੌਲ ਵਾਲੀ ਬਾਤ ਨਹੀਂ। ਸਤਿਨਾਮ ਵਾਹਿਗੁਰੂ। ਇਹ ਸਤਿਗੁਰੂ ਜੀ ਦਾ ਹੁਕਮ ਹੈ ਕਿ ਜਿਹੜੇ ਵਾਹਿਗੁਰੂ ਨਾਮ ਦੀ ਪੜ੍ਹਾਈ ਪੜ੍ਹੇ ਹੋਏ ਪੁਰਸ਼ ਨੇ, ਉਹਨਾਂ ਦੇ ਪਾਸ ਸੰਤਾਂ ਮਹਾਤਮਾ ਦੇ ਕੋਲ ਬੈਠਣਾ ਕਰੋ। ਊਤਮ ਸੰਗਤ ਊਤਮ ਹੋਵੇ। ਸੋ ਉੱਤਮ ਸੰਗਤ ਕਰਨ ਦੇ ਨਾਲ ਜੀਵ ਉੱਤਮ ਹੁੰਦਾ ਹੈ। ਪਰ ਇਹ ਜਿਹੜਾ ਹੈ ਕੁੱਤੇ ਦੀ ਤਰ੍ਹਾਂ ਆਪ ਦਾ ਗੰਦਾ ਮਾੜਾ ਹੈ ਹੀ ਹੈ, ਦੂਜਿਆਂ ਦੇ ਪਰਿਵਾਰਾਂ ਦੇ ਵਿੱਚ ਮੂੰਹ ਪਾ ਕੇ ਉਹਨਾਂ ਨੂੰ ਵੀ ਅਪਵਿੱਤਰ ਕਰ ਦਿੰਦਾ ਹੈ। ਪਰਾਏ ਘਰਾਂ ਨੂੰ ਤੱਕਣ ਰੂਪ ਖਰੰਗ ਨੂੰ ਮੁੱਖ ਵਿੱਚ ਪਾਉਣਾ ਕੀਤਾ ਹੋਇਆ ਹੈ। ਇਉਂ ਸੁਆਣ ਕੁੱਤੇ ਦੀ ਤਰ੍ਹਾਂ ਹੈ। ਜਿਵੇਂ ਸੂਰ ਗੰਦੀਆਂ ਨਾਲੀਆਂ 'ਚ ਮੂੰਹ ਪਾਉਂਦਾ ਅਤੇ ਹਰ ਸਮੇਂ ਲਿਬੜਿਆ ਰਹਿੰਦਾ, ਇਉਂ ਜੀਵ ਸੂਰ ਵਾਂਗ ਗੰਦੀਆਂ ਗੱਲਾਂ, ਸ਼ਰਾਬਾਂ ਆਦਿਕ ਦਾ ਸੇਵਨ ਰੋਗ, ਗੰਦੀਆਂ ਨਾਲੀਆਂ 'ਚ ਮੂੰਹ ਮਾਰਦਾ ਹੈ ਅਤੇ ਹਰ ਸਮੇਂ ਵਿਸ਼ਿਆਂ ਨੂੰ ਵਿਚਿੱਕੜ ਨਾਲ ਲਿਬੜਿਆ ਰਹਿੰਦਾ ਹੈ। ਬਾਇਸ ਜਿਵੇਂ ਕਾਂ ਵਿਸ਼ਟਾ ਦੀਆਂ ਚੁੰਝਾਂ ਭਰਦਾ ਰਹਿੰਦਾ ਹੈ, ਇਉਂ ਜੀਵ ਪਰਾਈ ਨਿੰਦਿਆ ਰੂਪ ਵਿਸ਼ਟਾ ਦੀਆਂ ਚੁੰਝਾਂ ਹੀ ਭਰਦਾ ਰਹਿੰਦਾ ਹੈ। ਭਟਕਤ ਚਾਲਿਓ ਊਠ,
ਮਹਾਰਾਜ ਫਰਮਾਉਂਦੇ ਨੇ, ਭਟਕਤ ਚਾਲਿਓ ਊਠ। ਜਿਵੇਂ ਊਠ ਕਣਕ ਨੂੰ ਛੱਡ ਕੇ ਜਵਾਹੀ ਨੂੰ ਖਾਂਦਾ ਹੈ ਅਤੇ ਮਾਰੂਥਲਾਂ ਵਿੱਚ ਭਟਕਦਾ ਰਹਿੰਦਾ ਹੈ, ਇਉਂ ਜੀਵ ਭਗਤੀ ਦਇਆ ਰੂਪ ਕਣਕ ਨੂੰ ਛੱਡ ਕੇ ਈਰਖਾ ਰੂਪ ਕੰਡਿਆਂ ਵਾਲੀ ਜਵਾਹੀ ਨੂੰ ਖਾਂਦੇ ਰਹਿੰਦੇ ਨੇ ਅਤੇ ਹਰ ਸਮੇਂ ਪਦਾਰਥਾਂ ਰੂਪ ਮਾਰੂਥਲ ਵਿੱਚ ਭਟਕਦੇ ਰਹਿੰਦੇ ਨੇ। ਗੁਰ ਮੰਤਰ ਹੀਣਸ ਜੋ ਪ੍ਰਾਣੀ, ਤਿਰਗੰਧ ਜਨਮ ਭ੍ਰਸ਼ਟਨ ਹੈ। ਕੁਕਰ ਹੈ, ਸੁਕਰ ਹੈ, ਗਰਦਬ ਹੈ, ਕੱਕ ਹੈ, ਸਰਪਨ ਹੈ, ਤੁਲਖਲ ਹੈ। ਸਤਿਗੁਰੂ ਜੀ ਫਰਮਾਉਂਦੇ ਨੇ, ਜੋ ਪ੍ਰਾਣੀ ਗੁਰ ਮੰਤਰ ਤੋਂ ਹੀਣੇ ਨੇ, ਨਿਗੋਰੇ ਪੁਰਸ਼ ਨੇ, ਉਹ ਕੁੱਤੇ ਦੀ ਤਰ੍ਹਾਂ ਨੇ, ਸੂਰ ਦੀ ਤਰ੍ਹਾਂ ਹਨ, ਗਧੇ ਦੀ ਤਰ੍ਹਾਂ ਹਨ, ਕਾਂ ਦੀ ਤਰ੍ਹਾਂ ਨੇ। ਉਹ ਮੂਰਖ ਸੱਪ ਦੀ ਤਰ੍ਹਾਂ ਹਨ। ਜਾਂ ਦੂਸਰਾ ਅਰਥ, ਇਹ ਜਿਹੜੇ ਕੁੱਤੇ ਬਿੱਲੇ ਸੱਪ ਠੂਹੇ, ਇਹ ਵੀ ਉਸ ਮਨੁੱਖ ਤੋਂ ਉੱਤਮ ਨੇ, ਕਿਉਂਕਿ ਗੁਰੂ ਸਾਹਿਬ ਨੇ ਕੁੱਤੇ ਦੀ ਸਿਫਤ ਕੀਤੀ ਹੈ। ਨਾਵੇਂ ਪਾਤਸ਼ਾਹ ਨੇ ਆਪ ਦੇ ਸਲੋਕਾਂ ਦੇ ਵਿੱਚ ਫਰਮਾਇਆ ਹੈ। ਮਹਾਰਾਜ ਕਹਿੰਦੇ ਹਨ, ਸੁਆਮੀ ਕੋ ਗ੍ਰਹਿ ਜਿਉ ਸਦਾ, ਸਵਾਨ ਤਜਤ ਨਹੀਂ ਨਿਤ, ਨਾਨਕ ਇਹ ਬਿਦ ਹਰ ਭਜੋ। ਇੱਕ ਮਨ ਹੋਏ ਇੱਕ ਚਿੱਤ, ਕੁੱਤੇ ਦਾ ਹੀ ਗੁਣ ਹੈ। ਜਿਸ ਮਾਲਕ ਦਾ ਟੁਕੜਾ ਖਾਂਦਾ ਹੈ, ਰੋਟੀ ਟੁੱਕ ਖਾਂਦਾ ਹੈ, ਉਹਦਾ ਦਰਵਾਜ਼ਾ ਨਹੀਂ ਛੱਡਦਾ, ਹਮੇਸ਼ਾ ਦਿਨ ਰਾਤ ਪਹਿਰਾ ਰੱਖਦਾ ਹੈ। ਗੁੱਸੇ ਵਿੱਚ ਆਇਆ ਮਾਲਕ ਜੀ ਉਹਨੂੰ ਮਾਰੇ ਵੀ ਤਾਂ ਮਿੰਟ ਦੀ ਮਿੰਟ ਟਾਉਂ ਟਾਉਂ ਕਰਦਾ, ਪਰਾਂ ਨੂੰ ਭੱਜ ਜਾਂਦਾ, ਫਿਰ ਗੁੱਸਾ ਛੱਡ ਕੇ ਪੂਜੀ ਹਿਲਾਉਂਦਾ ਫਿਰ ਮਾਲਕ ਦੇ ਪੈਰਾਂ ਵਿੱਚ। ਪਰ ਅਸੀਂ ਲੋਕ ਖਾਂਦੇ ਗੁਰਦੁਆਰੇ ਦਾ ਹਾਂ, ਅਰਦਾਸਾਂ ਗੁਰਦੁਆਰੇ ਕਰਦੇ ਹਾਂ, ਲੈਂਦੇ ਗੁਰੂ ਘਰ ਵਿੱਚੋਂ ਹਾਂ, ਪਰ ਮੰਨਦੇ ਕਿਹਨੂੰ ਆ? ਕੋ ਹੰਨੇ ਦੀ, ਕੋ ਬੰਨੇ ਦੀ, ਕੋ ਪਹਾੜਾਂ ਵਾਲੀ ਰੰਨੇ ਦੀ, ਢੋਲ ਢਮੱਕਾ ਸਰਵਰ ਦਾ। ਮੇਰੇ ਤਾਂ ਲਾਲਾਂ ਵਾਲੇ ਲੱਖ ਦਾ ਤੇ ਪੀਰ ਦੀ ਬਖਸ਼ਿਸ਼ ਹੈ। ਮੈਂ ਤਾਂ ਪਹਾੜਾਂ ਵਾਲੀ ਦੇਵੀ ਨੇ ਕਿਰਪਾ ਕੀਤੀ ਹੈ। ਮੈਨੂੰ ਤਾਂ ਫਲਾਣੇ ਬਾਬੇ ਨੇ ਮੰਤਰ ਦਿੱਤਾ, ਉਹਨੇ ਮੈਨੂੰ ਜਲ ਕਰਕੇ ਦਿੱਤਾ, ਉਹਨੇ ਮੇਰਾ ਕੰਮ ਸਵਾਰਿਆ। ਦੱਸੋ ਕਿੰਨੀ ਹੈਰਾਨੀ ਦੀ ਗੱਲ ਹੈ। ਕੁੱਤੇ ਨਾਲੋਂ ਵੀ ਜੀਵਨ ਮਾੜਾ ਬਣਾਇਆ ਹੋਇਆ ਹੈ। ਜਿਸ ਮਾਲਕ ਨੇ ਮਨੁੱਖਾ ਜਨਮ ਦਿੱਤਾ, ਧਨ ਪਦਾਰਥ ਸਾਖ ਸੰਬੰਧੀ ਦਿੱਤੇ, ਬਾਰ ਬਵਸਥਾ ਤੁਝੈ ਪਿਆਰੈ, ਦੂਧ ਭਰ ਜੋਬਨ ਭੋਜਨ ਸੁਖ ਸੂਦ, ਬਿਰਧ ਭਇਆ ਉੱਪਰ ਸਾਖ ਸੈਨ, ਮੁਖ ਅਪਿਆਉ ਬੈਠ ਕੋ ਦੈਨ। ਪਰ ਇਹ ਨਿਰਗੁਣ ਗੁਣ ਕਛੂ ਨਾ ਬੁਝੈ, ਬਖਸ਼ ਲੇਹੋ ਤਉ ਨਾਨਕ ਸੀਜੈ। ਕੁੱਤੇ ਨਾਲੋਂ ਵੀ ਮਾੜਾ ਜੀਵਨ ਹੈ। ਇਉਂ ਪਾਤਸ਼ਾਹ ਕਹਿੰਦੇ ਨੇ, ਗੁਰ ਮੰਤਰ ਹੀਨਸ ਜੋ ਪ੍ਰਾਣੀ, ਤਿਰਗੰਤ ਜਨਮ ਭ੍ਰਸ਼ਟਨੈ, ਕੁਕਰ ਹੈ, ਸੁਕਰ ਹੈ। ਸੂਰ ਦੇ ਵਿੱਚ ਇਹ ਗੁਣ ਹੈ ਕਿ ਉਹ ਪਿੰਡ ਦੀਆਂ ਨਿਆਈਆਂ ਨੂੰ, ਗਲੀਆਂ ਨੂੰ ਸਾਫ਼ ਰੱਖਦਾ ਹੈ। ਜਦ ਸੂਰ ਮਰ ਜਾਵੇ ਤਾਂ ਲੋਕ ਉਹਨੂੰ ਯਾਦ ਕਰਦੇ ਨੇ ਕਿ ਚੰਗਾ ਹੁੰਦਾ ਸੀ ਇਹ। ਪਰ ਕਬੀਰ ਜੀ ਕਹਿੰਦੇ ਨੇ, ਕਬੀਰ ਸਾਕਤ ਤੇ ਸੂਕਰ ਭਲਾ, ਰੱਖੈ ਆਸ਼ਾ ਗਾਉ। ਸਾਕਤ ਬੰਦੇ ਨਾਲੋਂ ਸੂਰ ਤਾਂ ਚੰਗਾ ਹੈ ਕਿਉਂਕਿ ਸੂਰ ਤਾਂ ਪਿੰਡ ਦੀ ਗੰਦਗੀ ਨੂੰ ਸਾਫ਼ ਕਰਦਾ ਆਪਦੇ ਮੂੰਹ ਨਾਲ। ਪਰ ਜਿਹੜਾ ਸਾਕਤ ਪੁਰਸ਼ ਹੈ, ਉਹ ਆਪਦੇ ਮੂੰਹ ਦੇ ਨਾਲ ਉਲਟੀਆਂ ਆਦਿ ਕਰਕੇ ਨਾਲੀਆਂ ਤੇ ਗਲੀਆਂ ਨੂੰ ਗੰਦੀਆਂ ਕਰਦਾ, ਵਿਸ਼ਟਾ ਕਰਕੇ ਜ਼ਮੀਨ ਨੂੰ ਖਰਾਬ ਕਰਦਾ, ਮੱਖੀਆਂ ਪਿੰਡ ਦੀਆਂ ਗੁੜ ਗੁੜ ਗੰਦੀਆਂ ਗਾਲਾਂ ਕੱਢ ਕੇ ਵਾਤਾਵਰਨ ਦੂਸ਼ਿਤ ਕਰਦਾ ਹੈ। ਜੇ ਕਿਤੇ ਦੇਵਨੀਤ ਨਾਲ ਆਪਦੀ ਉਮਰ ਨਾਲੋਂ ਮਰ ਜਾਵੇ, ਆਪਾਂ ਕਿਸੇ ਦੀ ਮੌਤ ਨਹੀਂ ਮੰਗਦੇ, ਪਰ ਜੇ ਜੀਵ ਆਪਦੀਆਂ ਕਰਤੂਤਾਂ ਕਰਕੇ ਨਸ਼ੇ ਵਰਤਦਾ ਆਪਦੇ ਫੇਫੜੇ ਗਾਲ ਬੈਠਾ,
ਸਰੀਰ ਬਰਬਾਦ ਕਰਕੇ ਮਰ ਗਿਆ ਤਾਂ ਉਹਨੂੰ ਸਾਰੇ ਕਹਿਣਗੇ ਵੀ ਚੰਗਾ ਹੋਇਆ ਮਗਰੋਂ ਲੱਥਾ। ਉਹ ਭਾਵੇਂ ਜੋ ਮਰਜ਼ੀ ਹਿਰਖ ਕਰਨ, ਪਰ ਦਿਲੋਂ ਕਹਿਣਗੇ ਵੀ ਚੰਗਾ ਹੋਇਆ। ਕਬੀਰ ਸਾਕਤ ਤੇ ਸ਼ੂਕਰ ਭਲਾ ਰਾਖੈ ਆਸ਼ਾ ਗਾਉ, ਉਹ ਸਾਕਤ ਬਪਰਾ ਮਰ ਗਿਆ ਕੋਈ ਨਾ ਲੈ ਹੈ ਨਾਉ। ਸਾਕਤ ਮਰੇ ਤੋਂ ਉਸ ਵਿਚਾਰੇ ਦਾ ਕੋਈ ਨਾਮ ਵੀ ਨਹੀਂ ਲੈਂਦਾ। ਗਰਦਵ ਹੈ ਜਿਹੜਾ ਗਧਾ ਹੈ ਉਹ ਸੰਤੋਖੀ ਹੈ। ਸਾਰੀ ਦਿਹਾੜੀ ਮਾਲਕ ਦਾ ਭਾਰ ਢੋਂਦਾ ਹੈ, ਪਰ ਖਾਣ ਵਕਤ ਮਾਲਕ ਉਹਨੂੰ ਹਰਿਆ ਵੀ ਨਹੀਂ ਪਾਉਂਦਾ। ਰੂੜੀਆਂ ਆਦਿਕ ਤੇ ਛੱਡ ਦਿੰਦਾ, ਉੱਥੇ ਹੀ ਉਹ ਵਿਚਾਰਾ ਮਾੜਾ ਮੋਟਾ ਆਪਦਾ ਗੁਜ਼ਾਰਾ ਕਰਕੇ ਲੇਟ ਕੇ ਹੀ ਕਰਕੇ ਖੁਸ਼ ਹੋ ਕੇ ਫਿਰ ਮਾਲਕ ਦੇ ਘਰ ਆ ਵੜਦਾ। ਕੋਈ ਗੁੱਸਾ ਨਹੀਂ ਕਰਦਾ ਕਿ ਸਾਰੀ ਦਿਹਾੜੀ ਮੈਂ ਇਹਦਾ ਭਾਰ ਢੋਇਆ, ਇਹਨੇ ਮੈਨੂੰ ਖਾਣ ਨੂੰ ਵੀ ਨਹੀਂ ਦਿੱਤਾ। ਫੱਕ ਫੁੱਕ ਭੂਸੜੀ ਆਦਿਕ ਵੇਸਟੇਜ ਰੂੜੀਆਂ ਦੇ ਚੁੱਕ ਚਾ ਕੇ ਆਪਦਾ ਗੁਜ਼ਾਰਾ ਕਰ ਲੈਂਦਾ। ਕੱਕ ਹੈ ਜਿਹੜਾ ਕਾਂ ਹੈ ਉਹ ਵਿਛੜਿਆਂ ਨੂੰ ਮਿਲਣ ਵਾਲਾ ਮੰਨਿਆ, ਕਿਉਂਕਿ ਬਨੇਰੇ ਤੇ ਬੋਲੇ ਤੇ ਲੋਕ ਇਹ ਪੰਗਤੀਆਂ ਪੜ੍ਹਦੇ, ਚੂਰੀ ਖਵਾਉਂਦੇ ਉੱਡ ਉੱਡ ਕਾਵਾਂ ਤੈਨੂੰ ਚੂਰੀ ਪਾਵਾਂ, ਮੇਰਾ ਪਿਆਰਾ ਮੈਨੂੰ ਦਰਸ਼ਨ ਦੇਵੇ। ਜਿਹੜਾ ਸੱਪ ਹੈ ਉਹ ਭਾਵੇਂ ਜਿੰਨਾ ਮਰਜ਼ੀ ਜ਼ਹਿਰੀਲਾ ਮੰਨਿਆ, ਪਰ ਮਣੀ ਵਾਲੇ ਸੱਪਾਂ ਦੇ ਵਿੱਚ ਇਹ ਗੁਣ ਹੈ ਕਿ ਉਹ ਪੁੰਨਿਆਂ ਦੀ ਰਾਤ ਨੂੰ ਮਣੀ ਕੱਢ ਕੇ ਜੋ ਚੰਦਰਮਾ ਦੀਆਂ ਕਿਰਨਾਂ ਦੇ ਰਾਹੀਂ ਉਹਦੇ ਵਿੱਚੋਂ ਅੰਮ੍ਰਿਤ ਸਰਵਦਾ ਹੈ, ਉਸ ਨੂੰ ਛਕ ਕੇ 1 ਮਹੀਨੇ ਦੀ ਜ਼ਹਿਰ ਮੇਟ ਲੈਂਦੇ ਨੇ। ਪਰ ਜਿਹੜਾ ਸਾਕਤ ਪੁਰਖ ਹੈ ਕਿਤੇ ਸਹੁੰ ਖਾਣ ਜੋਗਾ ਵੀ ਮੱਸਿਆ ਨੂੰ, ਸੰਗਰਾਂਦ ਨੂੰ, ਦਸਵੀਂ ਨੂੰ, ਕਿਤੇ ਪੁੰਨਿਆਂ ਦਿਨ ਦਿਹਾੜ ਤੇ ਮਹੀਨੇ ਬਾਅਦ ਵੀ ਗੁਰੂ ਘਰ ਫੇਰਾ ਨਹੀਂ ਪਾਉਂਦਾ। ਜੇ ਆਉਂਦਾ ਗੱਲਾਂ ਬਾਤਾਂ ਮਾਰ ਕੇ ਤੁਰ ਜਾਂਦਾ, ਜਾਂ ਲੜਾਈ ਝਗੜੇ ਵਾਲੀਆਂ ਬਾਤਾਂ ਮਾਰਦਾ। ਇਸ ਲਈ ਸਰਪ ਨਹਿ ਹੈ ਤੁਲ ਖੜ ਹੈ, ਕੁਕਰ ਹੈ, ਸ਼ੁਕਰ ਹੈ, ਗਰਦਵ ਹੈ, ਕੱਕ ਹੈ, ਸਰਪ ਨਹਿ ਵੱਖਰਾ ਕਰਕੇ ਨਹਿ ਤੁਲ ਖੜ ਹੈ। ਉਹ ਖਲ ਹੈ ਮੂਰਖ ਪੁਰਸ਼, ਸਾਕਤ ਪੁਰਖ, ਬੇਮੁਖ ਪੁਰਖ। ਇਹਨਾਂ ਤ੍ਰਿਖਤ ਜੂਨਾਂ ਦੇ ਬਰਾਬਰ ਵੀ ਨਹੀਂ, ਇਹ ਵੀ ਜੂਨਾਂ ਉਹਦੇ ਤੋਂ ਚੰਗੀਆਂ ਨੇ। ਇਸ ਲਈ ਮਹਾਰਾਜ ਫਰਮਾਉਂਦੇ ਨੇ, ਸਵਾਨ ਸੂਕਰ ਬਾਇਸ ਜੀਵੈ, ਕੁੱਤੇ ਸੂਰ ਤੇ ਕਾਂ ਵਾਂਗ ਭਟਕਤ ਚਾਲਿਓ ਊਠ, ਉੱਠ ਕੇ ਸੰਸਾਰ ਤੋਂ ਭਟਕਦਾ ਹੀ ਮਰ ਕੇ ਤੁਰ ਚਲਿਆ। ਆਪਸ ਕਉ ਦੀਰਘ ਕਰ ਮਨ, ਮਨ ਨਹੀਂ ਜਾਣੈ। ਫਿਰ ਪੜੋ, ਆਪਸ ਕਉ ਦੀਰਘ ਕਰ ਜਾਣੈ, ਜੋ ਮਨੁੱਖ ਆਪਣੇ ਆਪ ਨੂੰ ਸਭ ਤੋਂ ਵੱਡਾ ਕਰਕੇ ਜਾਣਦੇ ਹਨ। ਔਰਨ ਕਉ ਲਗ ਮਾਤ, ਅਤੇ ਹੋਰਨਾਂ ਨੂੰ ਲਗਾ ਮਾਤਰਾ ਹੀ ਮਤਲਬ ਤੁਸ਼ ਮਾਤਰ ਕਰਕੇ ਮੰਨਦੇ ਨੇ। ਮਨਸਾ ਬਾਚਾ ਕਰਮਨਾ, ਉਹ ਮਨ ਬੁੱਧੀ ਬਾਣੀ ਅਤੇ ਕਰਮ ਸਰੀਰ ਕਰਕੇ ਹੰਕਾਰੀ ਮਨੁੱਖ। ਮੈਂ ਦੇਖੀ ਦੋਜਕ ਜਾਤ, ਮੈਂ ਦੋਜਕ ਨਰਕਾਂ ਵਿੱਚ ਜਾਂਦੇ ਦੇਖੇ ਨੇ। ਕਾਮੀ ਕ੍ਰੋਧੀ ਚਾਤੁਰੀ, ਉਹ ਮਨੁੱਖ ਸੰਸਾਰ ਵਿੱਚ ਕਾਮ ਦੇ ਅਧੀਨ, ਕ੍ਰੋਧ ਦੇ ਅਧੀਨ ਰਹਿੰਦੇ ਅਤੇ ਚਲਾਕੀ ਦੀਆਂ ਗੱਲਾਂ ਕਰਦੇ ਹਨ। ਬਾਜੀਗਰ ਬੇਕਾਮ, ਅਤੇ ਜਿਵੇਂ ਬਾਜ਼ੀਗਰ ਦੀ ਰਚਨਾ ਝੂਠੀ ਹੁੰਦੀ ਹੈ, ਇਵੇਂ ਝੂਠੇ ਤੇ ਬੇਕਾਮ ਨਿਕੰਮੇ ਕੰਮ ਕਰਦੇ ਜਾਂ ਦਵੈਤ ਵਿੱਚ ਲੱਗਣ ਵਾਲੇ ਕੰਮ ਕਰਦੇ ਹਨ। ਨਿੰਦਾ ਕਰਤੇ ਜਨਮ ਸਿਰਾਨੋ, ਇਉਂ ਅਪਜਸ ਕਰਦੇ ਹੋਇਆਂ ਮਨੁੱਖਾਂ ਦਾ ਉਹ ਮਨੁੱਖਾ ਜਨਮ ਵਿਅਰਥ ਹੀ ਬਤੀਤ ਹੋ ਜਾਂਦਾ ਹੈ। ਕਬਹੁ ਨਾ
ਸਿਮਰਿਓ ਰਾਮ। ਪਰ ਕਦੇ ਭੁੱਲ ਕੇ ਸਹੁੰ ਖਾਣ ਜਿੰਨਾ ਵੀ ਰਾਮ ਪਰਮੇਸ਼ਰ ਦਾ ਉਹ ਸਿਮਰਨ ਨਹੀਂ ਕਰਦੇ। ਕਹਿ ਕਬੀਰ ਚੇਤੈ ਨਹੀਂ। ਭਗਤ ਕਬੀਰ ਜੀ ਕਥਨ ਕਰਦੇ ਨੇ ਕਿ ਹੇ ਜੀਵ, ਇਉਂ ਤੂੰ ਪਰਮੇਸ਼ਰ ਨੂੰ ਯਾਦ ਨਹੀਂ ਕਰਦਾ। ਮੂਰਖ ਮੁਗਧ ਗਵਾਰ। ਅਤੇ ਮਨ ਕਰਕੇ ਬੇਸਮਝ, ਬਾਣੀ ਕਰਕੇ ਕਮਲ, ਸਰੀਰ ਕਰਕੇ ਝੱਲਾ ਹੋ ਰਿਹਾ ਹੈ। ਜਾਂ ਵਿਹਾਰਾਂ ਵੱਲੋਂ ਮੂਰਖ, ਸ਼ਾਸਤਰ ਗਿਆਤ ਵੱਲੋਂ ਮੁਗਧ ਅਤੇ ਪਰਮਾਰਥ ਵੱਲੋਂ ਗਵਾਰ ਹੋ ਰਿਹਾ ਹੈ। ਰਾਮ ਨਾਮ ਜਾਣਿਓ ਨਹੀਂ। ਪਰਮੇਸ਼ਰ ਦੇ ਨਾਮ ਨੂੰ ਜਪਣਾ ਤੂੰ ਜਾਣਿਆ ਹੀ ਨਹੀਂ ਹੈ। ਐਸੇ ਉਤਰਸ ਪਾਰ। ਫਿਰ ਸੰਸਾਰ ਸਮੁੰਦਰ ਤੋਂ ਕਿਵੇਂ ਪਾਰ ਉਤਰੇਗਾ? ਭਾਵ ਫਿਰ ਪਾਰ ਉਤਾਰਾ ਨਹੀਂ ਹੋਵੇਗਾ। ਰਾਗ ਮਾਰੂ। ਮਾਰੂ ਰਾਗ ਦੇ ਅੰਦਰ ਬਾਣੀ ਜੈ ਦਿਓ ਜਿਉ ਕੀ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਭਗਤ ਜੈਦੇਵ ਜੀ ਦੀ ਉਚਾਰਨ ਕੀਤੀ ਹੋਈ ਬਾਣੀ ਦਰਜ ਕਰਵਾ ਰਹੇ ਹਨ। ਇੱਕ ਓੰਕਾਰ। ਇੱਕ ਅਦੁੱਤੀ ਬ੍ਰਹਮ ਓੰਕਾਰ ਜੋ ਸਰਬ ਦਾ ਪ੍ਰਕਾਸ਼ਕ ਹੈ। ਸਤਿਗੁਰ ਪ੍ਰਸਾਦ। ਜੋ ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਚੰਦ ਸਤ ਭੇਦਿਆ। ਭਗਤ ਜੈਦੇਵ ਜੀ ਦੇ ਪਾਸ ਇੱਕ ਯੋਗਾ ਅਭਿਆਸ ਦੀ ਗੱਲ ਪੁੱਛਣ ਲਈ ਇੱਕ ਅਧਿਕਾਰੀ ਪੁਰਖ ਆਇਆ ਤਾਂ ਉਸਦੇ ਪਰਥਾਏ ਭਗਤ ਜੈਦੇਵ ਜੀ ਇਹ ਸ਼ਬਦ ਉਚਾਰਨ ਕਰ ਰਹੇ ਨੇ। ਪਿਆਰ ਦੇ ਨਾਲ ਸੁਣੋ। ਚੰਦ ਸਤ ਭੇਦਿਆ, ਨਾਦ ਸਤ ਪੂਰਿਆ, ਸੂਰ ਸਤ ਖੋੜਸਾ ਦਤ ਕੀਆ। ਅਨਵੇਂ ਕਰਕੇ ਤੁਕ ਦਾ ਅਰਥ ਬਣੇਗਾ ਸੂਰ ਸਤ ਖੋੜਸਾ ਦਤ ਕੀਆ। ਪਿਛਲੀ ਪੰਕਤੀ ਤੋਂ ਸੂਰਜ ਦੀ ਸੁਰ ਦੁਆਰਾ 16 ਵਾਰ ਓੰਕਾਰ ਓੰਕਾਰ ਦਾ ਜਾਪ ਕਰਦਿਆਂ ਪੁਰਾਣਾਂ ਨੂੰ ਦੱਤ ਦੇਣਾ ਭਾਵ ਚੜਾਉਣਾ ਕੀਤਾ। ਭਾਵ ਪਿੰਗਲਾ ਸੁਰ ਦੁਆਰਾ ਪ੍ਰਾਣ ਚੜਾ ਕੇ 16 ਵਾਰ ਓੰਕਾਰ ਓੰਕਾਰ, ਜਿਵੇਂ ਪੁਰਾਣੇ ਰਿਸ਼ੀ ਮੁਨੀ ਓਮ ਦਾ ਉਚਾਰਨ ਕਰਦੇ। ਆ ਜੋ ਗੁੰਮਦ ਨੇ ਉਹਨਾਂ ਦਾ ਲੌਜਿਕ ਇਹੀ ਹੈ ਕਿ ਆਵਾਜ਼ ਗੂੰਜ ਕੇ ਜਿਵੇਂ ਖੂਹ ਦੇ ਵਿੱਚ ਦੁਬਾਰ ਤੋਂ ਸਾਡੇ ਕੰਨੀ ਪੈਂਦੀ ਹੈ, ਇਸ ਤਰ੍ਹਾਂ ਜਦ ਕੰਨਾਂ 'ਚ ਪੈਂਦੀ ਹੈ ਤਾਂ ਕੁਛ ਅਲੌਕਿਕ ਹੀ ਆਨੰਦ ਰਸ ਬਣਦਾ ਹੈ। ਸੋ ਇਸ ਵਾਸਤੇ ਭਗਤ ਜੀ ਕਹਿੰਦੇ ਵੀ ਓੰਕਾਰ ਓੰਕਾਰ ਗੁਰਮਤਿ ਦੇ ਅਨੁਸਾਰ ਮੰਤਰ ਨੂੰ ਉਚਾਰਿਆ। ਫਿਰ ਨਾਦ ਸਤ ਪੂਰਿਆ। 64 ਵਾਰ ਸ਼ਬਦ ਉਚਾਰਨ ਕਰਦਿਆਂ ਸੁਖਮਨਾ ਸੁਰ ਦੁਆਰਾ ਪ੍ਰਾਣਾਂ ਨੂੰ ਪੂਰਨ ਭਾਵ ਠਹਿਰਾਉਣਾ ਕੀਤਾ। ਫਿਰ ਆਰੰਭ ਵਾਲਾ ਅੱਖਰ ਚੰਦ ਸਤ ਭੇਦਿਆ। ਫਿਰ ਚੰਦਰਮਾ ਦੀ ਏੜਾ ਸੁਰ ਖੱਬੀ ਨਾਸਕ ਦੁਆਰਾ 32 ਵਾਰ ਮੰਤਰਾਂ ਦਾ ਜਾਪ ਕਰਦਿਆਂ ਪ੍ਰਾਣਾਂ ਨੂੰ ਉਤਾਰਨਾ ਕੀਤਾ। ਭਾਵ ਉੱਤਮ ਪ੍ਰਾਣਾਯਾਮ ਕੀਤਾ, ਅਰਥਾਤ 12 ਵਾਰ ਓੰਕਾਰ ਓੰਕਾਰ ਜਾਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਪ੍ਰਾਣ ਇਹਦੇ ਆਸਰੇ ਚੜਾਉਣਾ ਕੀਤੇ। 24 ਵਾਰ ਉਚਾਰਦਿਆਂ ਪ੍ਰਾਣ ਠਹਿਰਾਉਣੇ, 16 ਵਾਰ ਉਚਾਰ ਕੇ ਪ੍ਰਾਣ ਉਤਾਰਨੇ। ਇਹਦਾ ਨਾਮ ਕਨਿਸ਼ਟਕ ਪ੍ਰਾਣਾਯਾਮ ਹੈ। ਜੋ 16 ਵਾਰ ਉਚਾਰ ਕੇ ਚੜਾਉਣੇ, 16 ਵਾਰ ਉਚਾਰ ਕੇ ਠਹਿਰਾਉਣੇ ਅਤੇ 16 ਵਾਰ ਉਚਾਰ ਕੇ ਉਤਾਰਨੇ ਨੇ, ਇਹਦਾ ਨਾਮ ਮੱਧਮ ਪ੍ਰਾਣਾਯਾਮ ਹੈ। ਜੋ 16 ਵਾਰ ਮੰਤਰ ਉਚਾਰ ਕੇ ਪ੍ਰਾਣ ਚੜਾਉਣੇ, 64 ਵਾਰ ਉਚਾਰ ਕੇ ਠਹਿਰਾਉਣੇ ਅਤੇ 32 ਵਾਰ ਉਚਾਰ ਕੇ ਉਤਾਰਨੇ, ਇਸ ਦਾ ਨਾਮ ਉੱਤਮ ਪ੍ਰਾਣਾਯਾਮ ਹੈ। ਇੰਝ ਪ੍ਰਾਣਾਯਾਮ ਦੀ ਕਿਰਿਆ ਨੂੰ ਕਰਨਾ ਕਰੇ। ਬਲ ਬਲ ਤੋੜਿਆ, ਚੱਲ ਚੱਲ ਥਪਿਆ, ਅਗੜ ਘੜਿਆ, ਤਾਹਾ ਪਿਓ ਪੀਆ। ਸਰੀਰ ਦੇ ਜ਼ੋਰ ਨੂੰ ਤੋੜ ਕੇ, ਨਰਮ ਖੁਰਾਕ ਖਵਾ ਕੇ ਬਲ ਤੋਂ ਰਹਿਤ ਕਮਜ਼ੋਰ ਕੀਤਾ। ਫਿਰ ਚੱਲਣ ਵਾਲੇ ਪ੍ਰਾਣਾਂ ਨੂੰ ਦਸਮ ਦੁਆਰ ਦੇ ਵਿੱਚ ਸਥਿਤ ਕਰਕੇ ਚੱਲਣ ਤੋਂ ਰਹਿਤ ਕੀਤਾ। ਫਿਰ ਘੜਨ ਤੋਂ ਰਹਿਤ ਇੰਦਰੀਆਂ ਦਾ ਘੜਨਾ ਕੀਤਾ, ਭਾਵ ਇਹਨਾਂ ਦਾ ਨਿਰੋਧ ਕੀਤਾ। ਤਦੋਂ ਯੋਗਾ ਅਭਿਆਸੀ ਨੇ ਉੱਥੇ ਦਸਮ ਦੁਆਰ ਵਿੱਚ ਯੋਗਾਨੰਦ ਰੂਪ ਅੰਮ੍ਰਿਤ ਨੂੰ ਪੀਣਾ ਕੀਤਾ ਹੈ। ਇਹ ਸੀਗਾ ਪ੍ਰਤੱਖ ਯੋਗ ਪ੍ਰਾਣਾਯਾਮ। ਹੁਣ ਗੁਰਮਤਿ ਦੁਆਰਾ ਯੋਗ ਦਾ ਤਰੀਕਾ ਦੱਸਦੇ ਨੇ, ਪਿਆਰ ਨਾਲ ਸੁਣੋ ਜੀ। ਚੰਦ ਸੱਤ ਭੇਦਿਆ, ਨਾਦ ਸੱਤ ਪੂਰਿਆ, ਸੂਰ ਸੱਤ ਖੋੜਸਾ ਦਤ ਕੀਆ। ਚੰਦਰਮਾ ਦੀ ਸੁਰ ਦੀ ਤਰ੍ਹਾਂ ਸਾਧ ਸੰਗਤ ਹੈ ਜਿਹੜੀ ਠੰਡੀ ਹੈ। ਇਸ ਵਿੱਚ ਮਿਲ ਕੇ ਜਿਸ ਨੇ ਆਪਣੇ ਮਨ ਨੂੰ ਪ੍ਰੇਮ ਦੇ ਵਿੱਚ ਵਿੰਨਣਾ ਕੀਤਾ ਹੈ, ਸਤਿਗੁਰਾਂ ਦਾ ਉਪਦੇਸ਼ ਹਿਰਦੇ ਵਿੱਚ ਟਿਕਾਉਣਾ ਕੀਤਾ ਹੈ। ਸੂਰਜ ਦੀ ਸੁਰ ਦੀ ਤਰ੍ਹਾਂ ਕੋ ਸੰਗਤ ਵੱਲੋਂ 16 ਭਾਵ 5 ਪ੍ਰਾਣ, 5 ਗਿਆਨ ਇੰਦਰੀ, 5 ਕਾਮ ਇੰਦਰੀ, ਇੱਕ ਮਨ ਨੂੰ ਦਮਨ ਕੀਤਾ। 5 ਗਿਆਨ ਇੰਦਰੀ, 5 ਕਰਮ ਇੰਦਰੀ ਅਤੇ ਇੱਕ ਮਨ ਨੂੰ ਦਮਨ ਕੀਤਾ। ਸੂਰਜ ਦੀ ਤਰ੍ਹਾਂ ਗਿਆਨ ਨੂੰ ਆਪਣੇ ਹਿਰਦੇ ਰੂਪ ਖੁੱਡ ਵਿੱਚ ਧਾਰਨ ਕੀਤਾ ਅਤੇ ਹੋਰਨਾਂ ਸਵਾਦਾਂ ਦਾ ਦਮਨ ਤਿਆਗਣਾ ਕੀਤਾ ਹੈ। ਬਲ ਬਲ ਤੋੜਿਆ, ਚੱਲ ਚੱਲ ਥਪਿਆ, ਅਗੜ ਘੜਿਆ, ਤਾਹਾ ਪਿਓ ਪੀਆ। ਆਸੁਰੀ ਸੰਪਦਾ ਦੇ ਬਲ ਨੂੰ ਤੋੜ ਕੇ ਕਾਮ ਕ੍ਰੋਧ ਆਦਿਕ ਵਿਕਾਰਾਂ ਨੂੰ ਕਮਜ਼ੋਰ ਕੀਤਾ ਹੈ। ਚਲਾਏਮਨ ਇੰਦਰੀਆਂ ਨੂੰ ਦਮਨ ਕਰਕੇ ਸਾਧਨਾ ਦੁਆਰਾ ਸਥਿਤ ਕਰਕੇ ਚੱਲਣ ਤੋਂ ਰਹਿਤ ਕੀਤਾ ਹੈ। ਘੜਨ ਤੋਂ ਰਹਿਤ ਮਨ ਨੂੰ ਗੁਰਾਂ ਦੇ ਸ਼ਬਦ ਦੀ ਘਾੜ ਦੁਆਰਾ ਸਤਸੰਗਤ ਰੂਪ ਟਕਸਾਲ ਵਿੱਚ ਘੜਨਾ ਕੀਤਾ ਹੈ। ਤਿਸ ਗੁਰਮੁਖ ਨੇ ਉਸ ਨਿਰਭੈ ਅਵਸਥਾ 'ਚ ਸਥਿਤ ਹੋ ਕੇ ਬ੍ਰਹਮਾਨੰਦ ਰੂਪ ਅੰਮ੍ਰਿਤ ਨੂੰ ਪੀਣਾ ਕੀਤਾ ਹੈ। ਮਨ ਆਦ ਗੁਣ ਆਦ ਵਖਾਣਿਆ। ਫਿਰ ਮਨ ਦਾ ਵੀ ਮੁੱਢ, ਤਿੰਨਾਂ ਗੁਣਾਂ ਦਾ ਵੀ ਮੁੱਢ, ਤਿੰਨਾਂ ਗੁਣਾਂ ਵਾਲੇ ਬ੍ਰਹਮਾ ਵਿਸ਼ਨੂੰ ਦੇ ਸ਼ਿਵ ਜੀ ਦੇ ਮੁੱਢ ਸਰੂਪ ਬ੍ਰਹਮ ਦੇ ਜਸ ਨੂੰ ਕਥਨ ਕੀਤਾ ਹੈ। ਜਾਂ ਮਨ ਸ਼੍ਰੋਮਣੀ ਆਦਿਕ ਸਰੂਪ ਨੂੰ ਗਿਆਨ ਰੂਪ ਗੁਣ ਦੁਆਰਾ ਆਦਿ ਸਰੂਪ ਜਾਣ ਕੇ ਉਸ ਦਾ ਵਿਖਿਆਨ ਕੀਤਾ ਹੈ। ਦੁਬਿਧਾ ਦ੍ਰਿਸ਼ਟ ਸਮਾਨਿਆ। ਤਦੋਂ ਤੇਰ ਮੇਰ ਦੀ ਦ્વੈਤ ਭਾਵ ਵਾਲੀ ਦ੍ਰਿਸ਼ਟੀ ਸਮਾ ਗਈ ਹੈ। ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਅਰਧ ਕਉ ਅਰਧਿਆ, ਸਰਦ ਕਉ ਸਰਦਿਆ। ਆਰਾਧਨ ਯੋਗ ਪ੍ਰਭੂ ਨੂੰ ਆਰਾਧਨਾ ਕੀਤਾ, ਸ਼ਰਧਾ ਕਰਨ ਯੋਗ ਗੁਰਾਂ ਦੇ ਉੱਪਰ ਸ਼ਰਧਾ ਧਾਰਨ ਕੀਤੀ। ਸਲਲ ਕਉ ਸਲਲ ਸਮਾਨ ਆਇਆ। ਤਦੋਂ ਜਿਵੇਂ ਪਾਣੀ ਦੇ ਵਿੱਚ ਪਾਣੀ ਆ ਕੇ ਸਮਾ ਜਾਂਦਾ, ਇਉਂ ਅਦਵੈਤ ਆਨੰਦ ਰੂਪ ਪਾਣੀ ਦੇ ਅੰਦਰ ਪ੍ਰਤੱਖ ਚੇਤਨ ਰੂਪ ਪਾਣੀ ਆ ਕੇ ਸਮਾ ਗਿਆ। ਭਾਵ ਆਤਮਾ ਪਰਮਾਤਮਾ ਦੀ ਏਕਤਾ ਹੋ ਗਈ ਅਤੇ ਬ੍ਰਹਮਾਨੰਦ ਆ ਕੇ ਪ੍ਰਾਪਤ ਹੋ ਗਿਆ
ਬਦਤ ਜੈ ਦਿਓ ਜੈ ਦੇਵ ਕਉ ਰਮਿਆ। ਭਗਤ ਜੈ ਦੇਵ ਜੀ ਕਥਨ ਕਰਦੇ ਨੇ ਕਿ ਜਦੋਂ ਅਸਾਂ ਨੇ ਫਤਿਹ ਕਰਨ ਵਾਲੇ ਪ੍ਰਕਾਸ਼ ਰੂਪ ਬ੍ਰਹਮ ਨੂੰ ਉਚਾਰਨ ਕੀਤਾ ਤਦੋਂ ਬ੍ਰਹਮ ਨਿਰਵਾਣ ਲਿਵ ਲੀਨ ਪਾਇਆ। ਬੰਧਨ ਆਦਤਾਂ ਤੋਂ ਰਹਿਤ ਪਰਮਾਤਮਾ 'ਚ ਬਿਰਤੀ ਲੀਨ ਕਰਕੇ ਉਸ ਨੂੰ ਪਾਉਣਾ ਕੀਤਾ। ਕਬੀਰ ਮਾਰੂ ਜਿਵੇਂ ਪਿੱਛੇ ਭਗਤ ਨਾਮਦੇਵ ਜੀ ਦਾ ਸ਼ਬਦ ਲਿਖ ਕੇ ਗੁਰੂ ਜੀ ਨੇ ਮੁਕਤ ਪੁਰਖਾਂ ਦੀ ਗੱਲ ਕੀਤੀ, ਫਿਰ ਕਬੀਰ ਜੀ ਦਾ ਸ਼ਬਦ ਦਰਜ ਕਰਕੇ ਉਸ ਤੋਂ ਉਲਟ ਨਾਮ ਅਤੇ ਧਰਮ ਤੋਂ ਹੀਣੇ ਪੁਰਖਾਂ ਦੀ ਗੱਲ ਕੀਤੀ। ਇਸੇ ਪ੍ਰਕਾਰ ਇਹ ਜੈਦੇਵ ਜੀ ਦੇ ਸ਼ਬਦ ਦੇ ਵਿੱਚ ਯੋਗ ਦੇ ਗਿਆਨ ਦੁਆਰਾ ਪਰਮੇਸ਼ਰ ਦੀ ਪ੍ਰਾਪਤੀ ਦੱਸੀ ਹੈ। ਇਸੇ ਪ੍ਰਕਾਰ ਹੁਣ ਸ੍ਰੀ ਗੁਰੂ ਅਰਜਨ ਦੇਵ ਜੀ ਪ੍ਰਕਰਨ ਨੂੰ ਮੇਲਦੇ ਹੋਏ ਪਰਮੇਸ਼ਰ ਤੋਂ ਉਲਟ ਨਾਮਹੀਣ ਅਤੇ ਹੰਕਾਰੀ ਪੁਰਖ ਦੀ ਦਸ਼ਾ ਨੂੰ ਦੱਸਦੇ ਹੋਏ ਭਗਤ ਕਬੀਰ ਸਾਹਿਬ ਜੀ ਦਾ ਇਹ ਪਾਵਨ ਸ਼ਬਦ ਦਰਜ ਕਰ ਰਹੇ ਹਨ। ਰਾਮ ਸਿਮਰ ਪਛਤਾਹੇਗਾ ਮਨ। ਮਾਰੂ ਰਾਗ 'ਚ ਕਬੀਰ ਜੀ ਫਰਮਾਉਂਦੇ ਨੇ, ਹੇ ਮੇਰਿਆ ਮਨ ਤੂੰ ਪਰਮੇਸ਼ਰ ਨੂੰ ਸਿਮਰਨਾ ਕਰ। ਇੱਕ ਵਾਰ ਉੱਚੀ ਬੋਲ ਕੇ ਕਹਿ ਦਿਓ ਜੀ, ਸਤਨਾਮ ਸ੍ਰੀ ਵਾਹਿਗੁਰੂ। ਪਰਮੇਸ਼ਰ ਦੇ ਸਿਮਰਨ ਤੋਂ ਬਿਨਾਂ ਤੂੰ ਪਛਤਾਉਂਦਾ ਹੀ ਰਹੇਂਗਾ। ਕਬੀਰ ਲੁੱਟਣਾ ਹੈ ਤਾਂ ਲੁੱਟ ਲੈ, ਰਾਮ ਨਾਮ ਹੈ ਲੂਟ, ਫਿਰ ਪਾਛੈ ਪਛਤਾਹੋਂਗੇ ਪ੍ਰਾਣ ਜਾਹੇਂਗੇ ਛੂਟ। ਜੇ ਭਾਈ ਲੁੱਟਣਾ ਤਾਂ ਰਾਮ ਦਾ ਨਾਮ ਲੁੱਟ ਲੈ, ਨਹੀਂ ਤਾਂ ਪਿੱਛੋਂ ਪਛਤਾਵੇਂਗਾ। ਲੁੱਟ ਪੈ ਗਈ ਰਾਮ ਨਾਮ ਦੀ, ਲੁੱਟ ਲਓ ਭਾਗਾਂ ਵਾਲਿਓ, ਰਾਮ ਦਾ ਨਾਮ ਲੁੱਟ ਲਓ, ਨਹੀਂ ਤਾਂ ਪਛਤਾਉਂਦੇ ਰਹੋਗੇ। ਪਾਪੀ ਜੀਅਰਾ ਲੋਭ ਕਰਤਾ ਹੈ, ਹੇ ਗੁਨਾਹੀ ਜੀਵ ਤੂੰ ਹੁਣ ਪਦਾਰਥਾਂ ਆਦਿਕ ਦਾ ਲਾਲਚ ਕਰਦਾ ਪਿਆ ਹੈ। ਆਜ ਕਾਲ ਉੱਠ ਜਾਹੇਗਾ, ਪਰੰਤੂ ਅੱਜ, ਜੇ ਅੱਜ ਨਹੀਂ ਤਾਂ ਕੱਲ, ਜੇ ਕੱਲ ਨਹੀਂ ਤਾਂ ਪਰੋਂ ਆਜ ਕੈ ਕਾਲ। ਪਰਸੋਂ ਤਾਂ ਤੂੰ ਜਾਏਗਾ ਹੀ ਜਾਏਗਾ। ਮਤਲਬ ਕਹਿਣ ਦਾ ਭਾਵ ਇਹ ਹੈ ਕਿ ਥੋੜ੍ਹੇ ਕੁ ਦਿਨਾਂ ਦਾ ਹੀ ਤੂੰ ਪ੍ਰਾਹੁਣਾ ਹੈ। ਸੰਗ ਚਲਤ ਹੈ ਹਮ ਵੀ ਚਲਣਾ, ਦੂਰ ਗਵਣ ਸਿਰ ਉੱਪਰ ਮਰਨਾ। ਸਾਡੇ ਸਾਥੀ ਤੁਰ ਗਏ ਨੇ, ਉਮਰ ਵਿਹਾ ਗਈ ਉਹਨਾਂ ਦੀ, ਦਿਨਾਂ ਦਾ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਪਲਟ ਜਾਂਦੇ ਨੇ। ਤੋ ਇਸ ਲਈ ਤੂੰ ਵੀ ਇੱਥੋਂ ਅੱਜ ਭਲਕੀ ਉੱਠ ਕੇ ਪਰਲੋਕ ਨੂੰ ਚਲਿਆ ਜਾਵੇਂਗਾ। ਜਾਂ ਕਾਲ ਨਾਮ ਹੈ, ਕੱਲ ਨਾਮ ਹੈ ਕਾਲ ਦਾ। ਕੱਲ ਦਾ ਕੀ ਪਤਾ ਵੀ ਕਾਲ ਹੀ ਆ ਜਾਏ। ਕੱਲ ਤਾਂ ਬੜੀ ਦੂਰ ਹੈ, ਕੀ ਤਾਂ ਅੱਜ ਹੀ, ਅੱਜ ਨਹੀਂ ਪਤਾ ਨਹੀਂ ਹੁਣੇ ਹੀ ਤੂੰ ਉੱਠ ਕੇ ਚਲਿਆ ਜਾਏਗਾ। ਜਾਂ ਕੀ ਪਤਾ ਅੱਜ ਹੀ ਤੇਰੀ ਉਮਰ ਦਾ ਕਾਲ ਹੋ ਜਾਏ ਤੇ ਤੂੰ ਉੱਠ ਕੇ ਪਰਲੋਕ ਨੂੰ ਚਲਿਆ ਜਾਵੇਂ। ਆਜ ਕਾਲ ਉੱਠ ਜਾਹੇਗਾ, ਅੱਜ ਜਾਂ ਕੱਲ ਉੱਠ ਕੇ ਤੂੰ ਤੁਰ ਜਾਏਗਾ। ਇਸ ਲਈ ਕਬੀਰ ਕਾਲ ਕਰੰਤਾ ਅਬ ਹੈ ਕਰ, ਅਬ ਕਰਤਾ ਸੋਏ ਤਾਲ, ਪਾਛੈ ਕਛੂ ਨਾ ਹੋਏਗਾ। ਜਾਓ ਸਿਰ ਪਰ ਆਵੇ ਕਾਲ, ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਲਾਲਚ ਲਾਗੇ ਜਨਮ ਗਵਾਇਆ, ਇਹਨਾਂ ਪਦਾਰਥਾਂ ਦੇ ਮਾਇਆ ਦੇ ਲੋਭ ਲਾਲਚ ਲਾ ਕੇ ਤੂੰ ਆਪਣਾ ਅਮੁਲਕ ਮਨੁੱਖਾ ਜਨਮ ਵਿਅਰਥੀ ਗਵਾ ਲਿਆ ਹੈ। ਮਾਇਆ ਭਰਮ ਭੁਲਾਹੇਗਾ, ਇਸ ਪ੍ਰਕਾਰ ਤੂੰ ਮਾਇਆ ਦੇ ਭਰਮ ਭੁਲੇਖੇ ਵਿੱਚ ਜਾਂ ਮਾਇਆ ਭਰਮ ਕਰਕੇ ਮਾਇਆ ਵਿੱਚ ਹੀ ਭੁੱਲਿਆ ਰਹੇਗਾ। ਧਨ ਜੋਬਨ ਕਾ ਗਰਬ ਨਾ ਕੀਜੈ, ਹੇ ਜੀਵ ਤੂੰ ਧਨ ਦੌਲਤ ਤੇ ਜਵਾਨੀ ਦਾ ਹੰਕਾਰ ਨਾ ਕਰ, ਕਬੀਰ ਗਰਬ ਨਾ ਕੀਜੀਐ।
ऊंचा देख आवास, आज काल बोई लेटना ऊपर जामै कहास। कबीर गर्व ना कीजिए देही देख सो रंग, आज कल ता जाहोगे ज्यों कांचरी पोए अंग। इस लई कबीर साहब जी कहते ने कि तू हंकार ना कर। फरीद साहब जी का भी बचन है, फरीदा जो तै मारन मुकिया तिन्हां ना मारे घुम, अपरड़ा घर जाइए पैर तिन्हां दे चुम। इस लई तू धन दौलत ते जवानी दा हंकार ना कर। कागद ज्यो गल जाहेगा, क्योंकि हंकार करन नाल तू कागज वांग काल रूप पानी बहन तो गल जावेगा। जाओ जाम आए केस गाह पटकै, जदों यमदूत आके तेरे प्रतक अंतःकरण दे संस्कारां रूप वालां तो फड़ के पड़का के सुटेगा। ता दिन किछ ना बसाहेगा, तो उस दिन तेरा कुछ भी वस नहीं चलेगा। मम कहते ने यक अर्ज गुफ्तम के पेश तो दरगोश कुन करतार। यक अर्ज गुफ्तम पेश तो दरगोश कुन करतार। हका कबीर करीम तो बेऐब परवदगार। दुनिया मुकामे फानी तहकीक दिलदानी। मम सर मुए मेरे सर, सिर दे मूए केस। फारसी विच केसां नूं मूए कहंदे ने, मूए मेरे सिर दे केस। अजराइल गिरफ्त है उपरों बोधी उन्हें बलेटा मार के पकड़े हुए ने। भूतां नूं सिर दे वालों तो फड़ के वस च करीदा। जिहड़ा बंदा वस च ना आए उन्होंने केसां तो बलेटा मार के सुटीदा। वैसे गुरसिੱਖੀ च ऐसा विवर्जित है। मैं गल कर रहा यमदूतां दी, उन्हें नहीं वेखना भी ये कौन है या की है। उन्हें तो वेखना भी इन्हें धर्म कमाया कि नहीं कमाया। फिर बलेटा ही मारना उपर दी जिन्हें धर्म नहीं कमाया। ममसर मुए अजराइल गिरफ्त है, पकड़े हुए ने केस। सानू जदों गिरफ्तार करेगा तो केसा तो फड़ के करेगा ताकि बंदा भज ना सके। वो बंदा छुट जाता पर केसा तो फड़िया नहीं छुटता। ममसर मुए अजराइल गिरफ्त है, दिल हेच ना दानी। दिल विच रत्ता पर भी हिचकिचाहट नहीं मनेगा। जो जामे आए केस गए पटकै। जदों यमदूत आके तेरे प्रतख केसां तो या अंतःकरण दे संस्कार रूप केसां तो फड़ के पटका के सुट देवेगा। ता दिन किछ ना बसाहेगा, तो उस दिन तेरा कुछ भी वस नहीं हो चलेगा। भलिया लोका सिमरन भजन दया नहीं कीनी। वाहिगुरु आहे गुरु, 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 वाहिगुरु आहे गुरु। वाहिगुरु दा चेतन एकाग्र करके सिमरन नहीं कीता ते संगत विच मिल के प्रभु दा भजन कीर्तन नहीं कीता है ते शरीर करके किसी उपर दया मेहर भी नहीं की। बंदा लागे तड़फ रहा ते आप चुप चपीते लागों दी गुजरी जा रहा। एहो जी निर्दयी दुनिया। सड़क दे बंदा फटड़ होके डिग्या होगा, लोग टी टी करते भजी जाणगे। कोई मूँह च पानी की घुट नहीं पाउंदा। तो इन्हां बंदे दी इत्थे बेकदरी है साडे इंडिया दे विच।
ਕੁੱਤੇ ਬਿੱਲਿਆਂ ਨੂੰ ਤਾਂ ਲੋਕ ਗੰਧੇੜੀ ਚੁੱਕੀ ਫਿਰਦੇ ਨੇ, ਕੁੱਛੜ ਚੁੱਕੀ ਫਿਰਦੇ, ਕਾਰਾਂ 'ਚ ਘੁਮਾਉਂਦੇ ਨੇ ਅਤੇ ਬੰਦਿਆਂ ਨੂੰ ਮੰਗਿਆਂ ਵੀ ਰੋਟੀ ਨਹੀਂ ਦਿੰਦੇ। ਇਸ ਤਰ੍ਹਾਂ ਦੀ ਦੁਨੀਆ ਨਿਰਦਈ ਹੋਈ ਪਈ ਹੈ। ਇਹੋ ਜਿਹੀ ਦਇਆ ਨੂੰ ਗੋਲੀ ਮਾਰੋ ਭਲਾ। ਤੋਤਿਆਂ ਨੂੰ ਆਪਦੀ ਜ਼ੁਬਾਨ 'ਤੇ ਰੱਖ ਕੇ ਚੂਗਾ ਖਵਾਉਣਾ, ਕੁੱਤੇ ਬਿੱਲਿਆਂ ਨੂੰ ਕਬੂਤਰ ਪੁੱਛਣੇ ਵੀ ਕਬੂਤਰ ਕਿੱਥੇ ਦਾਣਾ ਖਾਂਦੇ ਨੇ। ਬੰਦਾ ਪੁੱਛੇ ਵੀ ਲਾਈਟਾਂ ਪੁੱਛੋ ਵੀ ਲਾਈਟਾਂ ਦੇ ਕਿੱਥੇ ਮੰਗਤੇ ਮੰਗਦੇ ਨੇ, ਉਹਨਾਂ ਨੂੰ ਇਕੱਠੇ ਕਰਕੇ। ਕਬੂਤਰ ਤਾਂ ਆਪਣੇ ਆਪ ਹੀ ਉੱਡ ਅੱਡ ਕੇ ਇੱਧਰ ਉੱਧਰ ਮਾੜਾ ਮੋਟਾ ਗੁਜ਼ਾਰਾ ਕਰ ਲੈਣਗੇ, ਰੱਬ ਨੇ ਬਣਾਏ ਉਹਨਾਂ ਨੂੰ ਉਸ ਤਰ੍ਹਾਂ ਦਾ। ਅਤੇ ਇਸ ਵਾਸਤੇ ਫੁੱਟਪਾਥ ਭਰੇ ਪਏ ਨੇ, ਰਹਿਣ ਬਸੇਰਾ ਸਰਕਾਰ ਵੱਲੋਂ ਪਤਾ ਨਹੀਂ ਕਿਹਨਾਂ ਲਈ ਬਣਾਇਆ ਹੋਇਆ ਹੈ, ਕੋਈ ਰਹਿੰਦਾ ਵੀ ਹੈ ਜਾਂ ਨਹੀਂ ਰਹਿੰਦਾ। ਅਤੇ ਇਸ ਵਾਸਤੇ ਨਾ ਦਇਆ ਕੀਤੀ ਹੈ, ਨਾ ਸਿਮਰਨ ਕੀਤਾ, ਨਾ ਭਜਨ ਕੀਤਾ। ਕੋਈ ਪਰਿਵਾਰ ਵੀ ਨਹੀਂ, ਕੋਈ ਬਾਲ ਬੱਚਾ ਵੀ ਨਹੀਂ। ਲੋਕਾਂ ਨੇ ਪੈਸਾ ਪਤਾ ਨਹੀਂ ਲਿਜਾਣਾ ਕਿੱਥੇ ਹੈ, ਹੈਰਾਨੀ ਦੀ ਗੱਲ ਹੈ। ਇਸ ਵਾਸਤੇ ਦਾਨ ਪੁੰਨ ਨਹੀਂ ਸੰਤਨ ਸੇਵਾ, ਕਿਤੇ ਹੀ ਕਾਜ ਨਾ ਆਇਆ। ਮੈਂ ਤਾਂ ਕਈ ਵਾਰ ਸੋਚਦਾ ਹੁੰਦਾ ਵੀ ਜੇ ਬੰਦਾ ਵਿਆਹਿਆ ਹੁੰਦਾ ਸਾਡੇ ਦੇਸ਼ ਦਾ ਮੁਖੀ, ਫਿਰ ਤਾਂ ਅਸੀਂ ਲੱਭਣਾ ਹੀ ਨਹੀਂ ਸੀਗਾ। ਸੋ ਸਾਰਾ ਦੇਸ਼ ਹੀ ਗੋਲ ਕਰ ਦੇਣਾ ਸੀਗਾ। ਉਹ ਅਨਮੈਰਿਡ ਨੂੰ ਛੜੇ ਛੱਡ ਬੰਦੇ ਨੂੰ ਵੇਖੋ, ਇੰਨੀ ਭੁੱਖ ਪਈ ਹੋਈ ਹੈ, ਸਭ ਕੁਝ ਵੇਚ ਵੇਚ ਖਾਈ ਜਾ ਰਹੇ ਨੇ। ਪਤਾ ਨਹੀਂ ਢਿੱਡ ਹੀ ਕਿੱਡਾ ਵੱਡਾ ਕਿਹਦੇ 'ਚ ਪਾਈ ਜਾ ਰਹੇ ਨੇ ਲੋਕ। ਤੋ ਮਹਾਰਾਜ ਕਹਿੰਦੇ ਨੇ ਵੀ ਕਿਸ ਕੰਮ ਆਏਗਾ, ਕਿਸੇ ਵੀ ਕੰਮ ਨਹੀਂ। ਜਨਤਾ ਦਾ ਪੈਸਾ ਜਨਤਾ ਦੇ ਵਿੱਚ ਵੰਡਣ ਤੋਂ ਹੀ ਦੇਸ਼ ਖੁਸ਼ਹਾਲ ਹੁੰਦਾ ਹੈ। ਪਾਤਸ਼ਾਹ ਕਹਿੰਦੇ ਵੀ ਸਿਮਰਨ ਨਹੀਂ ਕੀਤਾ, ਭਜਨ ਨਹੀਂ ਕੀਤਾ ਅਤੇ ਦਇਆ ਨਹੀਂ ਕੀਤੀ। ਇੰਡੀਆ ਸਾਡਾ ਗਰੀਬ ਨਹੀਂ ਹੈ ਕਿਸੇ ਪਾਸਿਓਂ। ਇਹ ਅਸਾਂ ਲੋਕਾਂ ਨੇ ਆਪਣੇ ਹੱਥੀਂ ਗਰੀਬ ਬਣਾਇਆ ਹੋਇਆ ਹੈ। ਜਿਹਦੇ ਹੱਥ ਕੁਛ ਆਉਂਦਾ ਉਹ ਸਭ ਕੁਛ ਚੁੱਕ ਚੁੱਕ ਕੇ ਬਾਹਰ ਭੇਜੀ ਜਾ ਰਿਹਾ, ਦੂਜਿਆਂ ਨੂੰ ਲੁਟਾਈ ਜਾ ਰਿਹਾ ਹੈ, ਇੱਕ ਦਾ ਹੀ ਘਰ ਭਰੀ ਜਾ ਰਿਹਾ। ਤੋ ਕਿਸੇ ਉੱਪਰ ਦਇਆ ਨਹੀਂ ਕੀਤੀ। ਫਰੀਦਾ ਖਾਲਕ ਖਲਕ ਮੈਂ ਖਲਕ ਵਸੈ ਰੱਬ ਮਾਹੇ। ਉਹ ਰਾਮ ਮੰਦਰ ਦੇ ਪਿੱਛੇ ਪਤਾ ਨਹੀਂ ਕਿੰਨੇ ਕਿੰਨੇ ਕਤਲ ਹੋ ਗਏ, ਕਿੰਨੇ ਕਿੰਨੇ ਅਰਬਾਂ ਰੁਪਈਏ ਖਰਾਬ ਹੋਏ, ਕਿੰਨੇ ਕੇਸ ਚੱਲਦੇ ਨੇ। ਅਤੇ ਅਸਲੀ ਰਾਮ ਦਾ ਮੰਦਰ ਜੋ ਗਰੀਬ ਦਾ ਹਿਰਦਾ ਹੈ, ਸਰੀਰ ਹੈ, ਉਹ ਵੇਖੋ ਸੜਕਾਂ 'ਤੇ ਵੀਰਾਨ ਹੋ ਰਿਹਾ ਹੈ। ਬੁੱਢੇ ਵਿਚਾਰੇ ਬਜ਼ੁਰਗ, ਸਾਡੀਆਂ ਮਾਵਾਂ, ਸਾਡੀਆਂ ਭੈਣਾਂ ਸੜਕਾਂ 'ਤੇ ਰੁਲ ਰਹੀਆਂ ਨੇ। ਉਹ ਰਾਮ ਮੰਦਰ ਬਾਰੇ ਕੋਈ ਖਿਆਲ ਹੀ ਨਹੀਂ। ਸਾਡੇ ਗੁਰੂਆਂ ਨੇ ਆਖਿਆ ਵੀ ਹਰਿਮੰਦਰ ਇਹੋ ਸਰੀਰ ਹੈ। ਰੱਬ ਨੂੰ ਨਹੀਂ ਲੋੜ ਕਿਸੇ ਚੀਜ਼ ਦੀ, ਨਾ ਉਹਨੂੰ ਰੋਟੀ ਚਾਹੀਦੀ, ਨਾ ਉਹਨੂੰ ਮਕਾਨ ਚਾਹੀਦਾ। ਪੱਥਰ ਦੀ ਮੂਰਤੀ ਨੂੰ ਕੀ ਕਰੋਗੇ? ਛੱਤ ਤਾਂ ਜਿਉਂਦੇ ਬੰਦੇ ਨੂੰ ਚਾਹੀਦੀ ਹੈ। ਲੋਕ ਮੜੀਆਂ ਕਬਰਾਂ 'ਤੇ ਮਰਿਆਂ ਨੂੰ ਤਾਂ ਪੂਜਦੇ ਨੇ, ਜਿਉਂਦੇ ਬੰਦੇ ਨੂੰ ਗਾਲਾਂ ਕੱਢਦੇ ਨੇ। ਆਖੇ ਜੀ ਆਹ ਔਗਣ ਵਾਲਾ, ਉਹ ਔਗਣ ਵਾਲਾ ਦੋਸ਼ ਲਾ ਕੇ ਦੁਰਕਾਰ ਦਿੰਦੇ ਨੇ ਕਿਸੇ ਸੰਤ, ਕਿਸੇ ਭਗਤ, ਕਿਸੇ ਗੁਰੂ ਪੀਰ ਦੇ। ਉਹਦੇ ਜਿਉਂਦੇ ਜੀ ਸਰੀਰ ਕਰਕੇ ਕੋਈ ਕਿਸੇ ਸਤਿਕਾਰ ਨਹੀਂ ਕੀਤਾ। ਤੋ ਇਸ ਲਈ ਮਹਾਰਾਜ ਕਹਿੰਦੇ ਵੀ ਦਇਆ ਕਰੋ ਭਾਈ। ਜੇ ਤੁਹਾਨੂੰ ਰੱਬ ਨੇ ਇਨਸਾਨ ਬਣਾਇਆ, ਇਨਸਾਨ ਦੇ ਕੰਮ ਆਏ ਤਾਂ ਮਨ ਪ੍ਰਸੰਨ ਖੁਸ਼ ਹੁੰਦਾ। ਨਾ ਸਿਮਰਨ ਕੀਤਾ, ਨਾ ਭਜਨ ਕੀਤਾ, ਜੋ ਸਾਡੇ ਵੱਸ ਦੀ ਬਾਤ ਨਹੀਂ। ਪਰ ਦਇਆ ਤਾਂ ਅਸੀਂ ਕਰ ਸਕਦੇ ਹਾਂ, ਦਇਆ ਵੀ ਨਹੀਂ ਕੀਤੀ। ਮੁਖ ਝੋਟਾ ਖਾਹੇਗਾ। ਤਾਂ ਹੀ ਤਾਂ ਲੋਕ ਪਰਲੋਕ ਦੇ ਵਿੱਚ ਆਪਣੇ ਮੂੰਹ ਦੇ ਅਸੀਂ ਸੱਟਾਂ ਖਾਂਦੇ ਹਾਂ, ਅਸੀਂ ਮੂੰਹ ਬਣਾਉਂਦੇ ਹਾਂ। ਧਰਮ ਰਾਏ ਜਬ ਲੇਖਾ ਮਾਗੈ। ਮਰਨ ਤੋਂ ਬਾਅਦ ਤਾਂ ਜਮਾਂ ਦੀਆਂ ਚੋਟਾਂ ਪੈਣਗੀਆਂ ਹੀ ਪੈਣਗੀਆਂ। ਜਦ ਧਰਮ ਰਾਜਾ ਯਮਰਾਜ, ਹੇ ਭਲਿਆ ਲੋਕਾ, ਤੇਰੇ ਪਾਸੋਂ ਕਰਮਾਂ ਧਰਮਾਂ ਦਾ ਹਿਸਾਬ ਕਿਤਾਬ ਮੰਗੇਗਾ। ਕਿਆ ਮੁਖ ਲੈ ਕੇ ਜਾਏਗਾ। ਤਾਂ ਮੈਂ ਤਾਂ ਇਹ ਹੈਰਾਨ ਹਾਂ ਤੇਰੇ ਤੇ ਕਿ ਤੇਰੇ ਵਰਗੇ ਧਰਮੀ ਲੋਕਾਂ ਦਾ ਇਹ ਹਾਲ ਹੈ। ਆਪਸ ਕੋ ਮੁਨਵਰ ਕਰ ਥਾਪੋ, ਕਾਕੋ ਕਹੋ ਕਸਾਈ। ਆਪਣੇ ਆਪ ਨੂੰ ਤੁਸੀਂ ਸਿੰਘ ਸਾਹਿਬ ਅਖਵਾਉਂਦੇ ਹੋ, ਰੱਬ ਦੇ ਭਗਤ ਸੰਤ ਅਖਵਾਉਂਦੇ ਹੋ। ਔਰੰਗਜ਼ੇਬ ਵੀ ਇਹ ਮੰਨਦਾ ਸੀ ਵੀ ਮੈਂ ਬਹੁਤ ਵੱਡਾ ਖੁਦਾ ਦਾ ਬੰਦਾ ਹਾਂ। ਉਹਨੂੰ ਮੌਕੇ ਦੇ ਮੱਕੇ ਦੇ ਮਜ਼ੌਰਾਂ ਨੇ
ਇੱਕ ਸ਼ਸਤਰ ਵੀ ਦਿੱਤਾ ਸੀਗਾ ਸਿਰੋਂ ਪਾਉ ਦੇ ਵਜੋਂ, ਜੋ ਉਹਦੇ ਮੁੰਡੇ ਬਹਾਦਰ ਸ਼ਾਹ ਨੇ ਆਗਰੇ ਦੇ ਕਿਲੇ ਵਿੱਚ ਆਪ ਦੀ ਤਾਜਪੋਸ਼ੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਨੂੰ ਭੇਟਾ ਕੀਤਾ ਸੀਗਾ। ਉਹੀ ਫਿਰ ਕਹਿੰਦੇ ਗੋਰੇ ਲੈ ਗਏ ਤੇ ਫਿਰ ਲੰਡਨ ਤੋਂ ਇੱਥੇ ਮੰਗਾ ਕੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਸੁਸ਼ੋਭਿਤ ਕੀਤਾ ਗਿਆ। ਸ਼ਾਮਾਂ ਨੂੰ ਉਹਦੇ ਦਰਸ਼ਨ ਕਰਾਏ ਜਾਂਦੇ ਨੇ। ਉਹ ਸ਼ਸਤਰ ਔਰ ਰੰਗਜ਼ੇਬ ਨੂੰ ਮੱਕੇ ਦੇ ਵਿੱਚੋਂ ਇਸ ਕਰਕੇ ਮਿਲਿਆ ਸੀ ਵੀ ਤੂੰ ਧਰਮੀ ਹੈ ਤੇ ਤੂੰ ਮੁਸਲਮਾਨ ਧਰਮ 'ਚ ਬੜਾ ਵਾਧਾ ਕੀਤਾ, ਪਰ ਸੀ ਉਹ ਜ਼ੁਲਮ ਕਰਨ ਵਾਲਾ ਜ਼ੁਲਮੀ ਬੰਦਾ। ਮਤਲਬ ਲੋਕਾਂ ਨੇ ਉਹਨੂੰ ਵੀ ਧਰਮੀ ਕਹਿ ਕੇ ਸਤਿਕਾਰਿਆ। ਹੈ ਤੂੰ ਪਾਪੀ ਹੈ, ਜ਼ੁਲਮ ਕਰਨ ਵਾਲਾ। ਕਲਗੀਧਰ ਜੀ ਜ਼ੈਫਰਨਾਮੇ 'ਚ ਉਹਨੂੰ ਲਾਹਣਤਾਂ ਪਾਈਆਂ, ਆਪ ਦੀਆਂ ਲਾਹਣਤਾਂ ਸੁਣ ਕੇ ਉਹ ਮਾਰਿਆ ਗਿਆ। ਆਪਦੇ ਗੁਨਾਹਾਂ ਨੂੰ ਆਪਣੇ ਕੰਨਾਂ ਨਾਲ ਸੁਣ ਨਹੀਂ ਸਕਿਆ। ਸਾਡੇ ਨੂੰ ਕਈ ਗੁਣਾ ਚੰਗਾ ਸੀ ਫਿਰ ਵੀ, ਤੇ ਅਸੀਂ ਸਭ ਕੁਝ ਸੁਣਦੇ ਹੋਏ ਵੇਖਦੇ ਹੋਏ ਵੀ ਕਹਿੰਦੇ ਆ ਵੀ ਆਪਾਂ ਧਰਮੀ ਲੋਕ ਹਾਂ। ਮਹਾਰਾਜ ਕਹਿੰਦੇ ਨੇ ਵੀ ਤੇਰੇ ਵਰਗਿਆਂ ਨੂੰ ਜਦ ਧਰਮ ਰਾਜਾ ਲੇਖਾ ਪੁੱਛੇਗਾ ਵੀ ਦੱਸ ਭਾਈ ਧਰਮੀਆਂ, ਤੇ ਤੂੰ ਆਹ ਕੰਮ ਕਿਉਂ ਕਰਦਾ ਰਿਹਾ ਹੈ? ਆਪਸ ਕੋ ਮੁਨਵਰ ਕਰ ਥਾਪੋ ਕਾਕੋ ਕਹੋ ਕਸਾਈ। ਕਸਾਈਆਂ ਵਾਲਾ ਕੰਮ ਕਿਉਂ ਕਰਦਾ? ਕਤਲੇਆਮ ਕਿਉਂ ਕਰਵਾਇਆ? ਕਿਉਂ ਲੋਕਾਂ ਨੂੰ ਜ਼ਿਬਾ ਕੀਤਾ? ਕਿਉਂ ਰਿਸ਼ਵਤ ਵੱਡੀਆਂ ਖੋਰੀਆਂ ਲਈਆਂ? ਕਿਉਂ ਗਰੀਬਾਂ ਦੇ ਘਰ ਢਾਏ? ਕਿਉਂ ਗਰੀਬਾਂ ਦਾ ਨੁਕਸਾਨ ਕੀਤਾ? ਕਿਉਂ ਦੁਨੀਆ ਨੂੰ ਲੁੱਟਿਆ? ਤਾਂ ਫਿਰ ਦੱਸ ਤੂੰ ਕੀ ਮੂੰਹ ਲੈ ਕੇ ਧਰਮ ਰਾਜੇ ਕੋਲ ਜਾਵੇਂਗਾ? ਉੱਥੇ ਸੱਚੇ ਹੀ ਸੱਚ ਨਿਬੜੈ, ਚੁਣ ਵੱਖ ਕੱਢੇ ਜਜਮਾਲਿਆ। ਕਹਿਤ ਕਬੀਰ ਸੁਨ ਹੋ ਰੇ ਸੰਤਾ ਹੋ। ਇਹ ਜਿੰਨਾ ਵੀ ਉਪਦੇਸ਼ ਹੈ, ਗੁੱਸਾ ਨਾ ਕਰਨਾ, ਆਪ ਪਿਆਰੀਆਂ ਸੰਗਤਾਂ ਵਾਸਤੇ ਹੈ, ਸੰਤਾਂ ਮਹਾਤਮਾ ਵਾਸਤੇ ਹੈ, ਗੁਰੂ ਦੇ ਸਿੱਖਾਂ ਵਾਸਤੇ ਹੈ। ਆਪਾਂ ਹੋਰ ਕਿਸੇ ਨੂੰ ਕੁਝ ਨਹੀਂ ਆਂਦੇ। ਕਿਸੇ ਨੂੰ ਕਹਿ ਕੇ ਆਪਦਾ ਸਿਰ ਪੜਾਉਣਾ, ਅਗਲਾ ਕਹੂਗਾ ਵੀ ਤੂੰ ਕੀ ਤਵਾ ਲਾਇਆ ਹੋਇਆ ਸਾਡੇ ਤੋਂ, ਇੱਧਰ ਆ ਤੇਰੇ ਨਾਲ ਗੱਲ ਕਰੀਏ। ਆਪਾਂ ਨਹੀਂ ਕਿਸੇ ਨੂੰ ਬੁਰਾ ਆਖਦੇ ਭਾਈ। ਇਹ ਉਪਦੇਸ਼ ਕਿਹਨਾਂ ਲਈ ਹੈ? ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪਣ ਵਾਲੇ ਸੰਤਾਂ ਵਾਸਤੇ ਹੈ। ਮਤਲਬ ਕਹਿਣ ਦਾ ਵੀ ਗੱਲਬਾਤ ਆਪਾਂ ਇੱਕ ਦੂਜੇ ਨਾਲ ਹੀ ਕਰ ਰਹੇ ਹਾਂ। ਇਹ ਕਬੀਰ ਜੀ ਦਾ ਤਰੀਕਾ ਉੱਤਮ ਭਗਤੀ ਰਾਹੀਂ ਠੀਕ ਹੈ। ਜਿਹੜਾ ਮੰਨਣ ਵਾਲਾ ਉਹ ਬੁਰਾ ਬੰਦਾ ਵੀ ਆਪਦੇ ਔਗਣਾਂ ਨੂੰ ਪਹਿਚਾਣ ਕੇ ਉਪਦੇਸ਼ ਧਾਰਨ ਕਰਕੇ ਸੁਧਰ ਸਕਦਾ ਹੈ। ਤੇ ਪਰ ਆਪਾਂ ਕਿਸੇ ਨੂੰ ਬੁਰਾ ਭਲਾ ਨਹੀਂ ਆਖਦੇ। ਆਪਾਂ ਤਾਂ ਆਪਣੇ ਬਾਰੇ ਸੋਚ ਵਿਚਾਰ ਕਰ ਰਹੇ ਹਾਂ, ਇੱਕ ਦੂਜੇ ਨਾਲ ਬਹਿ ਕੇ ਗੁਰਸਿੱਖਾਂ ਵਾਲੀ ਵਿਚਾਰ ਕਰ ਰਹੇ ਹਾਂ। ਇਹ ਸੰਤ ਜਣੋ, ਇਹ ਪਿਆਰੇ ਗੁਰਸਿੱਖੋ, ਇਹ ਸਾਧ ਸੰਗਤ ਜੀ ਉਹ ਸੁਣਨਾ ਕਰੋ। ਸਾਧ ਸੰਗਤ ਤਰ ਜਾਹੇਗਾ। ਸ੍ਰੇਸ਼ਟ ਮਹਾਤਮਾ ਜਿਨ੍ਹਾਂ ਦੀ ਸੰਗਤ ਕਰਕੇ ਤੂੰ ਪਾਰ ਲੰਘ ਜਾਵੇਂਗਾ। ਸੰਗਤ ਕਰਕੇ ਹੀ ਪਾਰ ਲੰਘ ਜਾਈਦਾ। ਮੇਰੇ ਗੁਰਾਂ ਨੇ ਜਹਾਜ਼ ਬਣਾਇਆ, ਆਓ ਜਿੰਨੇ ਪਾਰ ਲੰਘਣਾ। ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋਤਰੇ ਪਾਰ, ਜੋ ਸ਼ਰਧਾ ਕਰ ਸੇਵੰਦੇ ਪਾਰ ਉਤਾਰਨ ਹਾਰ। ਰੇ ਭਾਈ ਸੰਤ ਜਨਾਂ ਦੀ ਸ੍ਰੇਸ਼ਟ ਸੰਗਤ ਵਿੱਚ ਹਰੀ ਦਾ ਨਾਮ ਜਪਿਆ ਕਰੋ, ਵਾਹਿਗੁਰੂ ਜੀ ਦਾ ਜਸ ਕਥਾ ਕੀਰਤਨ ਸੁਣਿਆ ਕਰੋ। ਇਸ ਦੇ ਨਾਲ ਹੀ ਤੁਹਾਡਾ ਜੀਵ ਆਤਮਾ ਤਰ ਜਾਵੇਗਾ। ਇਹ ਸਭ ਤੋਂ ਉੱਤਮ ਤਰੀਕਾ ਹੈ ਤੇ ਮਨੁੱਖਾ ਜਨਮ ਮਿਲਿਆ ਹੀ ਇਸੇ ਵਾਸਤੇ ਹੈ। ਆਸਾ ਮਹੱਲਾ ਪੰਜਵਾ। ਭਾਈ ਪ੍ਰਾਪਤ ਮਾਨੁਖ ਦੇ ਹੋਰੀਆ, ਗੋਬਿੰਦ ਮਿਲਨ ਕੀਏ ਤੇਰੀ ਵਰੀਆ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਾਜ ਕੇਵਲ ਨਾਮ। ਇਹ ਉਪਦੇਸ਼ ਕਬੀਰ ਜੀ ਨੇ ਸਾਨੂੰ ਬਖਸ਼ਿਆ, ਮੈਂ ਵੀ ਤੁਹਾਡੇ ਵਿੱਚ ਬੈਠ ਕੇ ਸੁਣਿਆ ਹੈ। ਆਓ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰੀਏ ਕਿ ਕਬੀਰ ਜੀ ਦਾ ਇਹ ਸ਼ਬਦ ਸਾਡੇ ਹਿਰਦੇ 'ਚ ਵਸ ਜਾਏ। ਇਹ ਬਾਣੀ ਦੀ ਕਥਾ ਅਸੀਂ ਮਾਨਸਿਕ ਤੌਰ 'ਤੇ ਮੰਨ ਲਈਏ, ਸਾਡੇ ਮਨ ਉੱਪਰ ਅਸਰ ਹੋਵੇ, ਤਾਂ ਕਿ ਅਸੀਂ ਵੀ ਕਮਾਈ ਕਰਕੇ ਪਾਰ ਉਤਰ ਸਕੀਏ, ਗੁਰੂ ਦੀ ਕਿਰਪਾ ਦੇ ਪਾਤਰ ਬਣ ਸਕੀਏ। ਭੁੱਲਾਂ ਚੁੱਕਾ ਖਿਮਾ ਕਰੋ, ਅੱਗੇ ਤੋਂ ਸਮਤ ਬਖਸ਼ਿਓ ਜੀ। ਧਰਮ ਰਾਈ ਜਬ ਲੇਖਾ ਮਾਗੈ, ਕਿਆ ਮੁਖ ਲੈ ਕੇ ਜਾਹੇਗਾ। ਕਹਿਤ ਕਬੀਰ ਸੁਨ ਹੋ ਰੇ ਸੰਤਾ ਹੋ,
ਸਾਧ ਸੰਗਤ ਤਰ ਜਾਹੇਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਕੋ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ